ਸੰਗਤ ਜੀ, ਮੈਂ ਨਵਨੀਤ ਵਰਮਾ ਤੁਹਾਡੇ ਆਪਣੇ ਚੈਨਲ ਗੁਰੂ ਬੰਦਗੀ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ। ਸੰਗਤ ਜੀ, ਅਗਰ ਤੁਸੀਂ ਸਤਸੰਗ ਜਾਂ ਸਾਖੀਆਂ ਸੁਣਨਾ ਪਸੰਦ ਕਰਦੇ ਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਪਰਿਵਾਰ ਦਾ ਹਿੱਸਾ ਬਣੋ ਤੇ ਸਾਨੂੰ ਆਪਣਾ ਪਿਆਰ ਦਿਓ ਜੀ। ਸੰਗਤ ਜੀ, ਆਪ ਜੀ ਦੇ ਕਮੈਂਟ ਆਏ ਸੀ ਕਿ ਰੂੜ ਸਿੰਘ ਜੀ ਦੇ ਹੋਰ ਸਤਸੰਗ ਅਪਲੋਡ ਕਰੋ। ਸੋ ਆਪ ਜੀ ਦੇ ਕਹੇ ਅਨੁਸਾਰ ਅਸੀਂ ਅੱਜ ਰੂੜ ਸਿੰਘ ਜੀ ਦਾ ਇੱਕ ਸਤਸੰਗ ਜਿਸ ਦਾ ਨਾਂ ਚਾਰ ਲਾਵਾਂ ਹੈ ਉਸ ਨੂੰ ਅਪਲੋਡ ਕਰਨ ਲੱਗੇ ਹਾਂ। ਆਓ ਰੂੜ ਸਿੰਘ ਜੀ ਦੇ ਇਸ ਸਤਸੰਗ ਨੂੰ ਬੜੇ ਪਿਆਰ ਦੇ ਨਾਲ ਸੁਣਦੇ ਹਾਂ। ਲਾਵ ਪਰਵਿਰਤੀ ਕਰਮ ਦੜਾਇਆ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀਓ। ਪਿਆਰੀ ਸਾਧ ਸੰਗਤ ਜੀ, ਰਾਧਾ। ਇਹ ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਬਾਣੀ ਹੈ। ਇਹ ਸ਼ਬਦ ਬੜਾ ਪ੍ਰਸਿੱਧ ਸ਼ਬਦ ਹੈ। ਇਸ ਸ਼ਬਦ ਦੇ ਰਾਹੀਂ ਅਸੀਂ ਦੇਖਦੇ ਹਾਂ ਸੰਸਾਰ ਦੇ ਵਿੱਚ ਜਿੰਨੇ ਸਿੱਖ ਭਰਾ ਜਾਂ ਗੁਰਬਾਣੀ ਦੇ ਮੰਨਣ ਵਾਲੇ ਹਨ, ਇਸੇ ਸ਼ਬਦ ਦੇ ਆਸਰੇ ਦੇ ਨਾਲ ਲੜਕੇ ਔਰ ਲੜਕੀ ਦੀ ਸ਼ਾਦੀ ਕਰਦੇ ਹਨ। ਔਰ ਇਹ ਜਿਸ ਵਕਤ ਸੰਪੂਰਨ ਹੁੰਦਾ ਹੈ ਅਸੀਂ ਸਭ ਹੌਸਲਾ ਕਰਦੇ ਹਾਂ ਕਿ ਲੜਕੇ ਲੜਕੀ ਦਾ ਜਿਹੜਾ ਵਿਆਹ ਹੈ ਉਹ ਹੋ ਗਿਆ ਹੈ। ਗੁਰੂ ਸਾਹਿਬ ਨੇ ਇਸ ਆਸ਼ੇ ਨਾਲ ਸ਼ਬਦ ਇਹ ਲਿਖਿਆ ਹੈ ਕਿ ਲੋਕਾਂ ਦੇ ਕੁੜੀਆਂ ਮੁੰਡੇ ਵਿਆਹੁਣੇ ਸਨ। ਇਸ ਆਸ਼ੇ ਨਾਲ ਨੇ ਲਿਖਿਆ। ਮਹਾਤਮਾ ਆਪਾਂ ਜਗ ਦੀ ਬਾਣੀ ਉਹਦਾ ਉਚਾਰਨ ਕਰਦੇ ਹਨ, ਉਹਨਾਂ ਦੀ ਤਹਿ ਥੱਲੇ ਉਹੀ ਰਾਜ ਛਿਪਿਆ ਹੁੰਦਾ ਹੈ ਜਿਸ ਨੂੰ ਪ੍ਰਗਟ ਕਰਨ ਵਾਸਤੇ ਉਹ ਸੰਸਾਰ ਵਿੱਚ ਆਉਂਦੇ। ਤੋ ਮਹਾਤਮਾ ਦੱਸਦੇ ਹਨ ਇਹ ਵਿਆਹ ਤੇ ਬਿਲਕੁਲ ਝੂਠੇ ਹਨ। ਅੱਜ ਹੁੰਦੇ ਹਨ, ਕੋਈ ਪਤਾ ਨਹੀਂ ਸਾਡੀ ਜ਼ਿੰਦਗੀ ਦੇ ਵਿੱਚ ਵੀ ਇਹ ਤੋੜ ਚੜ੍ਹਨੇ ਹੈ ਕਿ ਨਹੀਂ ਚੜ੍ਹਨੇ। ਵਿੱਚੇ ਹੀ ਤਲਾਕਬਾਜ਼ੀਆਂ ਹੋ ਜਾਂਦੀਆਂ ਹਨ, ਵਿੱਚੇ ਟੁੱਟ ਜਾਂਦੇ ਹਨ। ਦੇਵਤਿਆਂ ਦੀਆਂ ਗਵਾਹੀਆਂ ਜਿਹੜੀਆਂ ਨਾ ਉਹ ਸਾਰੀਆਂ ਨਿਸ਼ਫਲ ਹੋ ਜਾਂਦੀਆਂ ਹਨ। ਕਿਸੇ ਚੀਜ਼ ਦੀ ਕੋਈ ਪਰਵਾਹ ਨਹੀਂ ਕਰਦਾ, ਮਨ ਦੇ ਆਖੇ ਲੱਗ ਕੇ ਜੋ ਦਿਲ ਵਿੱਚ ਆਉਂਦਾ ਹੈ ਇਹ ਜੀਵ ਉਸੇ ਰਸਤੇ ਉੱਤੇ ਤੁਰ ਕੇ ਉਸੇ ਨੂੰ ਹੀ ਕਰਦਾ ਹੈ। ਭਾਗਾਂ ਨਾਲ ਕੋਈ ਜੋੜੀਆਂ ਸਿਰੇ ਚੜ੍ਹਦੀਆਂ ਹਨ, ਪਰ ਇਹ ਕੋਈ ਪੱਕੀ ਗੱਲ ਨਹੀਂ ਹੈ। ਹਾਲਾਂ ਜਿਸ ਨੂੰ ਅਸੀਂ ਇਸ਼ਟ ਮੰਨਦੇ ਹਾਂ, ਗੁਰੂ ਗ੍ਰੰਥ ਸਾਹਿਬ ਨੂੰ, ਅਸੀਂ ਉਸ ਦੇ ਸਾਹਮਣੇ ਬੈਠ ਕੇ ਸੁਗੰਧ ਖਾਂਦੇ ਹਾਂ ਕਿ ਇਹ ਜੋੜੀਆਂ ਜਿਹੜੀਆਂ ਹਨ ਇਹ ਸਦਾ ਕਾਇਮ ਰਹਿਣਗੀਆਂ। ਗੁਰੂ ਸਾਹਿਬ ਆਪ ਨੇ ਸਹਾਇਤਾ ਕਰਨੀ। ਅਸੀਂ ਦੋਵੇਂ ਧਿਰਾਂ ਤੁਹਾਡੇ ਸਾਹਮਣੇ ਬੈਠ ਕੇ ਇਹ ਪ੍ਰਾਣ ਨਿਭਾਉਂਦੇ ਹਾਂ, ਲੇਕਿਨ ਅਸੀਂ ਦੇਖਦੇ ਹਾਂ ਥੋੜਾ ਦਿਨ ਹੀ ਬੀਤਦੇ ਹਨ, ਸਾਰੀਆਂ ਕਹਾਣੀਆਂ ਭੁੱਲ ਜਾਂਦੀਆਂ ਹਨ, ਵਿਆਹ ਟੁੱਟ ਜਾਂਦੇ ਨੇ, ਸ਼ਾਦੀਆਂ ਖਤਮ ਹੋ ਜਾਂਦੀਆਂ ਹਨ। ਤਾਂ ਗੁਰੂ ਸਾਹਿਬ ਦਾ ਭਾਵ ਇਸ ਚੀਜ਼ ਤੋਂ ਨਹੀਂ ਸੀ। ਗੁਰੂ ਸਾਹਿਬ ਦਾ ਭਾਵ ਇਸ ਸ਼ਬਦ ਲਿਖਣ ਤੋਂ ਕੁਝ ਹੋਰ ਭਾਵ ਸੀ। ਉਹ ਤਾਂ ਇਸ ਸ਼ਬਦ ਦਾ ਆਸਰਾ ਲੈ ਕੇ ਸਾਨੂੰ ਕੁਝ ਹੋਰ ਗੱਲ ਸਮਝਾਉਣੀ ਚਾਹੁੰਦੇ ਸਨ, ਜਿਸ ਨੂੰ ਅਸੀਂ ਸਮਝਣਾ ਤਾਂ ਛੱਡ ਦਿੱਤਾ। ਵਿਆਹ ਸ਼ਾਦੀਆਂ ਦੇ ਵਾਸਤੇ ਇਹ ਸ਼ਬਦ ਅੱਗੇ ਧਰ ਲਿਆ। ਜਦ ਲੋੜ ਪਈ ਇਹ ਪੜ੍ਹ ਲਈ ਔਰ ਵਿਆਹ ਸ਼ਾਦੀ ਕਰ ਦਿੱਤਾ। ਤਾਂ ਸਭ ਤੋਂ ਅਸੀਂ ਪਹਿਲਾਂ ਸੋਚੀਏ ਕਿ ਗੁਰੂ ਸਾਹਿਬ ਨੇ ਇਹ ਲਾਵਾਂ ਜੋ ਲਿਖੀਆਂ ਤਾਂ ਇਹ ਕਿਉਂ ਲਿਖੀਆਂ। ਗੁਰੂ ਸਾਹਿਬ ਨੇ ਸਾਨੂੰ ਦੱਸਿਆ ਕਿ ਸਾਡਾ ਵਿਆਹ ਸਰੀਰਕ ਨਹੀਂ, ਸਾਡੀ ਰੂਹ ਦਾ ਵਿਆਹ ਹੋਣਾ ਚਾਹੀਦਾ ਹੈ। ਜਿੰਨਾ ਚਿਰ ਤੱਕ ਸਾਡੀ ਰੂਹ ਦਾ ਵਿਆਹ ਨਹੀਂ ਹੁੰਦਾ, ਉਸ ਬਾਲਕ ਨੂੰ ਇਹ ਆਪਣਾ ਪਤੀ ਬਣਾ ਕੇ ਉਸ ਦੇ ਚਰਨਾਂ 'ਚ ਨਿਵਾਸ ਨਹੀਂ ਕਰਦੀ।
ਉਹਨਾਂ ਚਿਰ ਤੱਕ ਕੋਈ ਵਿਆਹ ਨਹੀਂ। ਇਹ ਸਭ ਗੁੱਡੀਆਂ ਗੁੱਡੀਆਂ ਦੀ ਖੇਡ ਹੈ, ਗੁੱਡੀਆਂ ਪਟੋਲਿਆਂ ਦੀਆਂ ਕਹਾਣੀਆਂ ਹਨ, ਰੋਜ਼ ਹੁੰਦੀਆਂ ਹਨ, ਰੋਜ਼ ਬੀਤਦੀਆਂ। ਬਾਣੀ ਵਿੱਚ ਆਉਂਦਾ ਹੈ, ਅਸੀਂ ਸਭਨਾ ਸਹੁਰੇ ਬੰਜਣਾ ਸਭ ਮੁਖ ਲਾਵਣ ਹਾਰ। ਕੀ ਆਦਮੀ ਕੀ ਇਸਤਰੀ, ਸਭ ਦੀਆਂ ਰੂਹਾਂ ਜਿਹੜੀਆਂ ਹਨ ਇਹ ਕੁਵਾਰੀਆਂ ਬੈਠੀਆਂ ਪਈਆਂ। ਇਹਨਾਂ ਨੇ ਇੱਕ ਦਿਨ ਸਹੁਰੇ ਜ਼ਰੂਰ ਤੁਰਨਾ ਹੈ, ਇਹਨਾਂ ਦਾ ਮੁਕਲਾਵਾ ਜ਼ਰੂਰ ਤੁਰਨਾ ਹੈ। ਪਤਾ ਨਹੀਂ ਇਹ ਪਤੀ ਦੇ ਚਰਨਾਂ ਤੱਕ ਪਹੁੰਚਣ ਨਾ ਪਹੁੰਚਣ, ਕੋਈ ਪਤਾ ਨਹੀਂ। ਇਸ ਵਾਸਤੇ ਜਿੰਨਾ ਚਿਰ ਤੱਕ ਪਤੀ ਦੇ ਚਰਨਾਂ 'ਚ ਨਹੀਂ ਪਹੁੰਚਦੀਆਂ ਉਹਨਾਂ ਚਿਰ ਤੱਕ ਇਹ ਵਿਆਹ ਜਿਹੜਾ ਹੈ ਰੂਹ ਦਾ ਕਦੇ ਸੰਪੂਰਨ ਨਹੀਂ ਹੁੰਦਾ। ਇਹ ਲਾਵਾਂ ਜਿਹੜੀਆਂ ਹਨ ਇਹ ਰੂਹ ਦਾ ਵਿਆਹ ਹੈ। ਰੂਹ ਦਾ ਵਿਆਹ ਕਿਸ ਤਰ੍ਹਾਂ ਉਸ ਮਾਲਕ ਦੇ ਚਰਨਾਂ ਵਿੱਚ ਬੈਠ ਕੇ ਪੂਰਾ ਹੁੰਦਾ ਹੈ, ਇਹ ਸਾਰੀ ਕਹਾਣੀ ਗੁਰੂ ਰਾਮਦਾਸ ਜੀ ਮਹਾਰਾਜ ਅੱਜ ਦੇ ਸ਼ਬਦ ਵਿੱਚ ਸਾਨੂੰ ਸੁਣਾਉਣ ਲੱਗੇ। ਤੋਂ ਵਿਚਾਰ ਕੇ ਦੇਖੀਏ, ਸਭ ਤੋਂ ਪਹਿਲਾਂ ਵਿਆਹ ਦਾ ਜੋ ਦ੍ਰਿਸ਼ ਹੈ ਉਹ ਅਸੀਂ ਅੱਖਾਂ ਅੱਗੇ ਲਿਆਈਏ। ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ, ਲੜਕੀ ਲੜਕਾ ਸਾਹਮਣੇ ਬਿਠਾਇਆ ਹੁੰਦਾ ਹੈ, ਤੇਤੇ ਪਤੇਤੇ ਕੋਲ ਬੈਠੇ ਹੁੰਦੇ ਹਨ ਔਰ ਲੜਕੀ ਨੂੰ ਬਿਠਾਉਣ ਤੋਂ ਪਹਿਲਾਂ ਉਸ ਨੂੰ ਅਰੂਸੀ ਜੋੜਾ ਪਾਇਆ ਜਾਂਦਾ ਹੈ। ਅਰੂਸੀ ਜੋੜਾ ਪਾਉਣ ਤੋਂ ਪਹਿਲਾਂ ਉਸ ਦੀਆਂ ਸਹੇਲੀਆਂ, ਉਸ ਦੀ ਮਾਂ, ਉਸ ਦੀਆਂ ਭੈਣਾਂ ਅੰਦਰ ਬੈਠ ਕੇ ਉਸ ਨੂੰ ਮੱਤਾਂ ਦਿੰਦੀਆਂ ਨੇ, ਸਮਝਾਉਂਦੀਆਂ ਨੇ, ਦੇਖ ਪੁੱਤਰੀ ਅੱਜ ਤੂੰ ਸਾਡੇ ਪਾਸੋਂ ਵਿਛੜ ਰਹੀ ਹੈ, ਅੱਜ ਉਹਨਾਂ ਦੇ ਪਾਸ ਤੂੰ ਜਾ ਰਹੀ ਹੈ ਜਿਹੜੇ ਤੇਰੀ ਇੱਕ ਇੱਕ ਹਰਕਤ ਨੂੰ ਨੋਟ ਕਰਦੇ ਹਨ, ਤੇਰੀ ਇੱਕ ਇੱਕ ਗੱਲ ਨੂੰ ਵੇਖ ਕੇ ਤੈਨੂੰ ਅੰਦਾਜ਼ਾ ਲਾਉਣਗੇ ਕਿ ਤੂੰ ਕਿਹੋ ਜਿਹੀ ਹੈ। ਤੂੰ ਕੋਈ ਧੀਰੀ ਹੈ, ਤੂੰ ਮਿਠਾਸ ਭਰੀ ਹੈ, ਤੂੰ ਗੁਣਾਂ ਵਾਲੀ ਹੈ ਕਿ ਤੂੰ ਬੁਰੇ ਲੱਖਾਂ ਵਾਲੀ ਹੈ ਔਰ ਤੂੰ ਕੋਈ ਇਹੋ ਜਿਹੇ ਮਾੜੇ ਲੱਛਣ ਜਿਹੜੇ ਹਨ, ਔਗਣ ਜਿਹੜੇ ਹਨ ਉਹ ਤੇਰੇ ਕਿਸੇ ਗੱਲ ਤੋਂ ਉਹ ਬਾਹਰ ਉਹਨਾਂ ਨੂੰ ਪ੍ਰਗਟ ਨਾ ਹੋਣ। ਦੇਖ, ਆਪਣੇ ਹੱਥ ਨੰਗੇ ਨਹੀਂ ਕਰਨੇ, ਆਪਣੇ ਸੁਭਰ ਨੂੰ ਸੰਭਾਲ ਕੇ ਰੱਖਣਾ ਹੈ, ਆਪਣੀਆਂ ਅੱਖਾਂ ਨੀਵੀਆਂ ਰੱਖਣੀਆਂ ਹਨ, ਸ਼ੋਰ ਸ਼ਿੰਨੀ ਨਹੀਂ ਬਣਨਾ, ਕਾਲੀ ਕਾਲੀ ਨਹੀਂ ਤੁਰਨਾ, ਸੰਭਲ ਸੰਭਲ ਕੇ ਕਦਮ ਪੁੱਟਣਾ ਹੈ। ਇਹ ਸਭ ਮੱਤਾਂ ਜਿਹੜੀਆਂ ਹਨ ਲੜਕੀ ਨੂੰ ਅਰੂਸੀ ਜੋੜਾ ਪਹਿਨਣ ਤੋਂ ਪਹਿਲਾਂ ਉਸ ਦੀਆਂ ਸਹੇਲੀਆਂ, ਭੈਣਾਂ, ਉਸ ਦੀ ਮਾਂ ਸਭ ਜਿਹੜੇ ਨੇ ਇਹ ਉਸ ਨੂੰ ਸਿੱਖਿਆ ਦਿੰਦੇ ਹਨ। ਤੋਂ ਉਹ ਸਿੱਖਿਆ ਲੈ ਕੇ ਉੱਥੇ ਬੈਠਦੀ ਹੈ। ਜਿਸ ਵਕਤ ਬੈਠਦੀ ਹੈ ਤਾਂ ਲਾਵਾਂ ਰੱਬ ਹੁੰਦੀਆਂ ਹਨ। ਉਸ ਮੌਕੇ ਉੱਤੇ ਉਹ ਵਿਚਾਰੀ ਇੰਨੀ ਸ਼ਰਮਸਾਰ ਹੁੰਦੀ ਹੈ, ਬਗਾਨੀ ਸਭਾ ਵਿੱਚ ਬੈਠੀ ਹੁੰਦੀ ਹੈ। ਉਹ ਉਸ ਨੂੰ ਜਿਹੜੇ ਲਿਜਾਣ ਵਾਲੇ ਹਨ ਉਸ ਦੇ ਇੱਕ ਇੱਕ ਅੰਗ ਔਰ ਉਸ ਦੀ ਇੱਕ ਇੱਕ ਕਹਾਣੀ ਦੇ ਉੱਤੇ ਨਿਗਾਹ ਕਰਕੇ ਬੈਠੇ ਹੁੰਦੇ ਹਨ। ਇਹ ਕਿਸ ਤਰ੍ਹਾਂ ਉੱਠਦੀ ਹੈ, ਕਿਸ ਤਰ੍ਹਾਂ ਬਹਿੰਦੀ ਹੈ, ਕਿਸ ਤਰ੍ਹਾਂ ਤੁਰਦੀ ਹੈ, ਕਿਸ ਤਰ੍ਹਾਂ ਚੱਲਦੀ ਹੈ, ਕਿਸ ਤਰ੍ਹਾਂ ਹੱਥ ਪੈਰ ਮਾਰਦੀ ਹੈ, ਇਹਨਾਂ ਤੋਂ ਹੀ ਅੰਦਾਜ਼ਾ ਲਾ ਲੈਂਦੇ ਹਨ ਕਿ ਇਹ ਕੁੜੀ ਇਹੋ ਜਿਹੀ ਹੈ। ਤੋਂ ਇਹ ਸਾਰੀਆਂ ਮੱਤਾਂ ਜਿਹੜੀਆਂ ਹਨ ਉਸ ਨੂੰ ਸਿਖਾਈਆਂ ਜਾਂਦੀਆਂ ਹਨ। ਵਿਚਾਰੀ ਘਬਰਾਈ ਹੋਈ ਉਸ ਵਕਤ ਜਿਸ ਵਕਤ ਲਾਵਾਂ ਲੈਂਦੀ ਹੈ, ਲਾਵਾਂ ਲੈਣ ਦੇ ਵਿੱਚ ਚਾਰ ਭਰਾ ਉਸ ਦੀ ਸਹਾਇਤਾ ਕਰਦੇ ਹਨ। ਚਾਰਾਂ ਕੋਨਿਆਂ ਦੇ ਉੱਤੇ ਖੜੇ ਹੁੰਦੇ ਹਨ। ਆਪਣੇ ਆਪ ਛੇਤੀ ਨਾਲ ਉੱਠ ਨਹੀਂ ਸਕਦੀ। ਇੱਕ ਭਰਾ ਆਸਰਾ ਦੇ ਕੇ, ਮਦਦ ਦੇ ਕੇ, ਆਪਣਾ ਬਲ ਔਰ ਤਾਕਤ ਦੇ ਕੇ ਉਸ ਨੂੰ ਉਠਾਲਦਾ ਹੈ, ਸੰਭਾਲਦਾ ਹੈ। ਫਿਰ ਉਠਾਲ ਕੇ ਸੰਭਾਲ ਕੇ ਉਹਦਾ ਕੰਮ ਖਤਮ ਨਹੀਂ ਹੋ ਜਾਂਦਾ। ਕਦਮ ਕਦਮ ਉਸ ਨੂੰ ਤੋਰਦਾ ਹੈ, ਕਦਮ ਕਦਮ ਉਹਦੇ ਨਾਲ ਆਪ ਤੁਰਦਾ ਹੈ। ਜਿੱਥੇ ਦੂਜਾ ਭਰਾ ਖੜੋਤਾ ਹੈ, ਜਿੰਨਾ ਚਿਰ ਤੱਕ ਉਹ ਉਸ ਦੇ ਹਵਾਲੇ ਨਹੀਂ ਕਰਦਾ ਉਹਨਾਂ ਚਿਰ ਤੱਕ ਉਸ ਨੂੰ ਛੱਡਦਾ ਨਹੀਂ ਹੈ। ਕਿਤੇ ਦਾ ਪੈਰ ਨਾ ਫਿਰਕ ਜਾਏ, ਕਿਤੇ ਇਹ ਡਿੱਗ ਨਾ ਜਾਏ, ਕਿਤੇ ਹਾਸੋ ਜਿਹੜੀ ਕੋਈ ਗੱਲ ਨਾ ਬਣ ਜਾਵੇ, ਉਸ ਨੂੰ ਨਾਲ ਨਾਲ ਸੰਭਾਲਦਾ ਜਿਹੜਾ ਹੈ ਉਸ ਨੂੰ ਤੁਰਿਆ ਜਾਂਦਾ ਹੈ। ਦੂਜੇ ਭਰਾ ਜਿਹੜਾ ਹੈ ਜਿਸ ਵਕਤ ਪਕੜਦਾ ਹੈ ਉਹ ਵੀ ਕਦਮ ਕਦਮ ਤੋੜਦਾ ਹੈ, ਕਦਮ ਕਦਮ ਤੋੜਦਾ ਹੈ। ਜਿੱਥੇ ਤੀਸਰਾ ਭਰਾ ਖੜੋਤਾ ਹੁੰਦਾ ਹੈ ਉੱਥੋਂ ਤੱਕ ਨਾਲ ਜਾਂਦਾ ਹੈ।
और जाके जो उन्होंने सौंप दिता है फिर उसकी ड्यूटी भी खत्म हो जाती है। फिर तीजा जिहड़ा है वो उसको कदम कदम तोड़ता है, चौथे को आके पकड़ाता है, चौथा लिया के उसके पति के चरणों च बिठा दिता है। इसका नाम है चार लावां जिहड़ियां ने ये पूरियां होंदियां हैं। हुण असीं इसनूं सोचना है, महात्मा ने जब भी शब्द की रचना की, जब भी सुंदर मिसालां उन्होंने पेश कीतियां, हर मिसाल की तह थले कुछ ना कुछ जिहड़ा है राज किते हुए होंगे। तो वो चार भरा किहड़े हैं? वो चार गुरु हैं जिहड़े इस रूह की सहायता करते करते, मदद करते करते, नाल तोड़ते तोड़ते इसनूं इसके पति के चरणों च बिठाउंदे हैं। तो चार गुरु किहड़े हैं? सुखमनी साहब विच असीं रोज पाठ करते हाँ, आरंभ ही इस शुरू के श्लोक नाल हुंदा है। गुरु साहब कहते हैं, आद गुर ए नवे, जुगाद गुर ए नवे, सतगुर ए नवे, श्री गुरुदेव ए नवे। तो गुरु दियां चार किस्मां करदियां, गुरु नूं दे चार हिस्से करते, गुरु नूं चार ਵੱਖੋ ਵੱਖ ਵਜੂਦਾਂ ਦੇ ਵਿੱਚ खड़ा करके गुरु साहब ने दसदा। कहते जिहड़ा आद गुरु है मैं उसनूं भी नमस्कार करदा। जिहड़ा जुगाद गुरु है, जिहड़ा जुगां दी हद विच आके ब्रह्मांड विच ब्रह्म विच आके बैठ गया, मैं उसनूं भी नमस्कार करदा। जिहड़ा सतगुरु है, जिहड़ा तीसरे दिल विच आके मेरा बैठ के मेरी उड़ीक कर रहा है, मैं उसनूं भी नमस्कार करदा। और जिहड़ा गुरु देह धार के मेरे को आके बैठ के मैनू मत्तां दे रहा है, उसनूं श्री गुरुदेव कह के महात्मा ने बयान किया है। कहते मैं उसनूं भी नमस्कार करता। तो चार गुरु बयान किए हैं। चारे गुरु जिहड़े हैं वो साडे नाल की किस किस जगह उत्ते की साडी सहायता करते हैं, की साडी मदद करते हैं, साडी हालत किवें बदलती है, असीं अपने घर जदों जाते हाँ ਉਹਦੇ ਵਿੱਚ ਸਾਡੇ 'ਚ ਕੀ ਵਿਸ਼ੇਸ਼ ਗੁਣ ਪੈਦਾ ਹੋ ਜਾਂਦੇ ਹਨ। ਉਹ ਜਿੰਨੇ ਵੀ ਗੁਰੂ ਹਨ ਕਿੱਥੋਂ ਤੱਕ ਉਹ ਸਾਡਾ ਸਾਥ ਦਿੰਦੇ ਹਨ, ਕਿੱਥੋਂ ਤੱਕ ਉਹ ਤੋੜ ਕੇ ਲੈ ਜਾਂਦੇ ਹਨ, ਗਾਂ ਕਿਸ ਨੂੰ ਸੌਂਪਦੇ ਹਨ। ਬਸ ਇਹ ਸਾਰੀ ਕਹਾਣੀ ਹੈ ਜਿਹੜੀ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਅੱਜ ਸਾਨੂੰ ਸੁਣਾਉਣ ਲੱਗੇ। तो सब तो पहली जी चीज है वो गुरु साहब हुण बयान कर लगे हैं। हुण इस मजमून नूं अच्छी तरह समझने विच अच्छी तरह आवेगा। तो गुरु साहब कहते ने हर पहलड़ी लाम परविरती मार्ग जिहड़ा है, जिस वक्त भी असी श्री गुरुदेव पास जाते हाँ तो साडा सब तो पहला प्रवृत्ति मार्ग आरंभ होता है। उस गुरु पास जान तो पहले असी अपने अंदर मालक दे मिलदी प्यास पैदा करते हाँ, मालक दे मिलदी चाह पैदा करते हाँ। असी उन्हां सहेलियां च बैठ के जिहड़ियां सुहागणां हन वो सानू मत्तां दिंदियां समझाउंदियां कि सुहाग भाग का जीवन जिहड़ा है बड़ा उच्चा जीवन है। औरत निडर हो जाती है, उन्होंने किसी का फिक्र नहीं रहिंदा, किसी का ताना नहीं है, किसी का मेहना नहीं है। अज तो उस जीवन से दाखिल होने लगी है। देख शोभा खटनी है, वडियाई खटनी है। जो असी मत्तां दिंदियां हैं उन्हां मत्तां नूं कबूल करना है। कबूल करके तब जाके फिर तो गुरु के पास जाके दीक्षा लेनी है, गुरु पासों नाम लेना है। तो श्री गुरुदेव जिहड़ा है वो साडे अंदर मालक दे मिलदा प्यार जगाउंदा है। प्यार जगा के साडी निकली हुई आत्मा जिहड़ी है, जिहड़ी दुनिया के विषय वकारां, दुनिया के होर ख्यालां उन्हां दे विच डिग्गी हुई है, गिरी हुई है, उस पासे मालक वाले पासे चेती नहीं करती। श्री गुरुदेव बैठ के आके सत्संग सुनाउंदा है, सानू दसदा है कि आत्मा क्यों दुख का जीवन व्यतीत कर रही है। तेरा पति तो बहुत बड़ा है, तू उस तो बिछड़ी हुई है,
ਤੂੰ ਜੇਕਰ ਤੂੰ ਆਪਣੇ ਪਤੀ ਨੂੰ ਮਿਲ ਲਵੇਂ, ਤੈਨੂੰ ਕਿਸੇ ਗੱਲ ਦਾ ਝੋਰਾ ਨਾ ਰਹੇ, ਤੈਨੂੰ ਕਿਸੇ ਗੱਲ ਦੀ ਚਿੰਤਾ ਨਾ ਰਹੇ। ਔਰਤ ਪਤੀ ਤੋਂ ਬਿਨਾਂ ਔਰਤ ਦੀ ਕੀ ਹਾਲਤ ਹੈ? ਆਮ ਅਖਾਣ ਹੈ, ਔਰਤ ਆਟੇ ਦੀ ਤੌਣ ਹੁੰਦੀ ਹੈ, ਆਟੇ ਦੀ ਤੌਣ। ਅੰਦਰ ਪਈ ਹੋਵੇ ਤਾਂ ਚੂਹੇ ਨਹੀਂ ਛੱਡਦੇ, ਬਾਹਰ ਰੱਖੋ ਤਾਂ ਕਾਂ ਕੁੱਤੇ ਨਹੀਂ ਛੱਡਦੇ। ਇਹਨੂੰ ਕਿਸੇ ਪਾਸੇ ਸੁੱਖ ਨਹੀਂ ਹੈ। ਤੋ ਜੇ ਇਹ ਘਰ ਬੈਠੀ ਹੈ, ਪਤੀ ਤੋਂ ਵੀ ਹੋਣੀ ਹੈ, ਸਾਰੇ ਜੰਮ ਬਣ ਕੇ ਇਹਦੇ ਦੁਆਰੇ ਹੋਏ ਹਨ। ਵਿਚਾਰੀ ਨੂੰ ਨਹਾਉਣ ਧੋਣ ਦੀ ਆਗਿਆ ਨਹੀਂ, ਮੂੰਹ ਧੋਣ ਦੀ ਆਗਿਆ ਨਹੀਂ, ਧੋਤੇ ਸਾਫ਼ ਸੁਥਰੇ ਕੱਪੜੇ ਪਾਉਣ ਦੀ ਆਗਿਆ ਨਹੀਂ। ਜੇਕਰ ਇਹ ਕਰਦੀ ਹੈ, ਸਭ ਜ਼ਬਾਨਾਂ ਤਿੱਖੀਆਂ ਕਰਕੇ ਛਿਬੀਆਂ ਲੈ ਕੇ ਉਸ ਦੇ ਦੁਆਲੇ ਹੋ ਜਾਂਦੇ ਹਨ। ਤੇਰਾ ਖਸਮ ਤਾਂ ਤੇਰੇ ਘਰ ਨਹੀਂ ਹੈ, ਅੱਜ ਸ਼ਿੰਗਾਰ ਕਿਹੜੇ ਖਸਮ ਵਾਸਤੇ ਕਰ ਰਹੀ ਹੈ? ਉਹਨੂੰ ਵਿਚਾਰੀ ਨੂੰ ਸ਼ਿੰਗਾਰ ਕਰਨ ਦਾ ਵੀ ਕੋਈ ਹੱਕ ਨਹੀਂ। ਤੋ ਜ਼ਰੂਰ ਜਿਹੜੀ ਉਹੀ ਅੱਛੀ ਹੈ ਜਿਹੜੀ ਸੁਹਾਗਣ ਹੈ। ਜਿੰਨਾ ਚਿਰ ਤੱਕ ਇਹ ਸੁਹਾਗਣ ਨਹੀਂ ਹੁੰਦੀ, ਉਹਨਾਂ ਚਿਰ ਤੱਕ ਇਸ ਰਚਨਾ ਵਿੱਚ ਇਸ ਦੀ ਕੋਈ ਸ਼ੋਭਾ ਨਹੀਂ। ਤੋ ਗੁਰੂ ਸਾਹਿਬ ਸਾਨੂੰ ਦੱਸਦੇ ਹਨ, ਇਸੇ ਤਰ੍ਹਾਂ ਸਾਡੀਆਂ ਆਤਮਾਵਾਂ, ਰੂਹਾਂ ਜਿਹੜੀਆਂ ਹਨ, ਅੱਜ ਤੱਕ ਕੁਆਰੀਆਂ ਫਿਰ ਰਹੀਆਂ ਹਨ, ਔਰ ਕੁਆਰੀਆਂ ਫਿਰ ਕੇ ਦੁਨੀਆ ਦੇ ਤਾਨੇ, ਦੁਨੀਆ ਦੇ ਮਿਹਣੇ, ਦੁਨੀਆ ਦੇ ਅਲਾਮੇ, ਕਿਤੇ ਇਹਨਾਂ ਨੂੰ ਚੈਨ ਨਹੀਂ ਹੈ। ਤੋ ਜਿਸ ਤਰ੍ਹਾਂ ਉਹ ਵਿਚਾਰੀ ਘਬਰਾਈ ਹੋਈ ਘਰਦਿਆਂ ਤੋਂ ਤੰਗ ਆ ਕੇ ਬਾਹਰ ਨਿਕਲਦੀ ਹੈ, ਬਾਹਰ ਗੁੰਡੇ ਮੁਸ਼ਟੰਡੇ ਬੈਠੇ ਹੁੰਦੇ ਹਨ, ਉਹ ਵੇਖਦੇ ਵੀ ਇਹਦਾ ਖਸਮ ਖੁਸਾਏ ਕੋਈ ਨਹੀਂ ਹੈ। ਕੀ ਕਰਦੇ ਹਨ? ਉਸਨੂੰ ਉਸ ਤੇ ਆਵਾਜ਼ਾਂ ਕੱਢਦੇ ਹਨ, ਉਸਨੂੰ ਮਖੌਲ ਕਰਦੇ ਹਨ, ਟਿਚਕਰਾਂ ਕਰਦੇ ਹਨ। ਘਬਰਾ ਜਾਂਦੀ ਹੈ ਕਿ ਹੁਣ ਕਿੱਧਰ ਜਾਵਾਂ, ਨਾ ਉਹਨੂੰ ਵਿਚਾਰੀ ਨੂੰ ਬਾਹਰ ਥਾਂ ਹੈ, ਨਾ ਘਰ ਥਾਂ ਹੈ। ਫਿਰ ਕਰਕੇ ਪੈ ਖਾ ਕੇ ਫਿਰ ਘਰ ਆ ਵੜਦੀ। ਇਹ ਸਾਡਾ ਪੇਕਾ ਘਰ ਹੈ, ਔਰ ਜਿੱਥੇ ਅਸੀਂ ਜਾਣਾ ਹੈ ਉਹ ਸਾਡਾ ਸਹੁਰਾ ਘਰ ਹੈ। ਤਾਂ ਵਿਚਾਰ ਕੇ ਦੇਖੋ, ਇੱਥੇ ਵੀ ਜ਼ਿਲਤ ਦੀ ਜ਼ਿੰਦਗੀ ਇਸਨੇ ਗੁਜ਼ਾਰੀ, ਦੁਨੀਆ ਤੇ ਖੋਟੇ ਖੋਟੇ ਕਰਮ ਕੀਤੇ, ਪਾਪ ਕੀਤੇ, ਅਪਰਾਧ ਕੀਤੇ, ਗੁਰੂ ਤੋਂ ਬੇਮੁਖ ਹੋ ਗਿਆ, ਮੰਦੇ ਕਰਮ ਕਰ ਕਰਕੇ ਦੁਨੀਆ ਦੇ ਤਾਨਿਆਂ ਦਾ ਜ਼ਰੀਆ ਬਣ ਗਿਆ। ਕਹਿੰਦੇ ਨੇ ਘਬਰਾਉਂਦਾ ਹੈ ਵੀ ਖੌਰਿਆ ਇੱਥੇ ਨਹੀਂ, ਇਹ ਮੈਂ ਥਾਂ ਲੈ ਲਵਾਂ, ਜਾਨ ਮੁਕਾ ਦੇਵਾਂ, ਖੌਰਿਆ ਅੱਗੇ ਹੀ ਸੁੱਖ ਮਿਲੇਗਾ। ਅੱਗੇ ਜੰਮ ਖੜੋਤੇ ਡੀਕਣ ਦੇ ਹੁੰਦੇ ਨੇ ਵੀ ਕਿਹੜਾ ਵੇਲਾ ਹੋਵੇ ਆਵੇ ਤੇ ਅਸੀਂ ਇਹਦਾ ਕੁਝ ਉਮਰ ਕੱਢੀਏ, ਇਹਨੂੰ ਚੰਗੀ ਤਰ੍ਹਾਂ ਇਹਨੂੰ ਠੀਕ ਕਰੀਏ, ਹਲਾਲ ਕਰੀਏ ਇਹਨੂੰ ਅੱਛੀ ਤਰ੍ਹਾਂ। ਇਸਨੇ ਇੱਥੇ ਰਹਿ ਕੇ ਕੀਤਾ ਕੀ ਹੈ? ਅੱਗੇ ਜਮਾਂ ਦਾ ਖੌਫ ਹੈ, ਇੱਥੇ ਦੁਨੀਆ ਜੰਮ ਬਣ ਕੇ ਟੱਕਰੀ ਹੋਈ ਹੈ। ਤੋ ਇੱਥੇ ਕਿਸੇ ਆਤਮਾ ਨੂੰ ਸ਼ਾਂਤੀ ਨਹੀਂ ਹੈ, ਸੁੱਖ ਨਹੀਂ ਹੈ। ਜਦ ਤੱਕ ਆਤਮਾ ਦਾ ਸੱਚਾ ਵਿਆਹ ਨਹੀਂ ਹੁੰਦਾ, ਉਹਨਾਂ ਚਿਰ ਤੱਕ ਇਹ ਸੱਚੀ ਖੁਸ਼ੀ, ਸੱਚੀ ਸ਼ਾਂਤੀ ਇਸਨੂੰ ਨਹੀਂ ਮਿਲਦੀ। ਤੋ ਪ੍ਰਵਿਰਤੀ ਮਾਰਗ ਜਿਹੜਾ ਹੈ ਉਹ ਗੁਰੂ ਕੀ ਸਿਖਾਉਂਦਾ ਹੈ? ਹੁਣ ਵਿਚਾਰ ਕੇ ਤੁਸੀਂ ਦੇਖੋ, ਅਸੀਂ ਦੁਨੀਆ ਦੇ ਜਿੰਨੇ ਮਜ਼ਹਬ ਹਾਂ, ਜਿਹੜੇ ਅਸੀਂ ਉਸ ਰੱਬ ਦੀ ਭਗਤੀ ਦਾ ਘਰ ਬੈਠੇ ਮਾਣ ਕਰ ਰਹੇ ਹਾਂ, ਅਸੀਂ ਵੱਖੋ ਵੱਖ ਦਾਇਰਿਆਂ ਦੇ ਵਿੱਚ, ਵੱਖੋ ਵੱਖ ਕਿਲਿਆਂ 'ਚ ਬੰਦ ਹੋ ਗਏ। ਔਰ ਸਾਡੀ ਹਾਲਤ ਉਹਨਾਂ ਸੰਪਰਦਾਵਾਂ, ਉਹਨਾਂ ਮਜ਼ਹਬਾਂ, ਉਹਨਾਂ ਭੇਖਾਂ ਨੇ ਇੱਥੋਂ ਤੱਕ ਬਣਾ ਦਿੱਤੀ ਹੈ, ਸਾਨੂੰ ਖੁੱਲ੍ਹ ਰਹੀ ਹੈ ਕਿ ਆਜ਼ਾਦੀ ਨਾਲ ਕਿਸੇ ਗੱਲ ਨੂੰ ਵਿਚਾਰ ਸਕੀਏ, ਸੋਚ ਸਕੀਏ। ਇਹ ਸਾਡੇ ਭਲੇ ਦੀ ਹੈ ਕਿ ਇਹ ਸਾਡੀ ਬੁਰਿਆਈ ਦੀ ਹੈ। ਜ਼ਰਾ ਜਿੰਨੀ ਕੋਈ ਗੱਲ ਕਰਦੇ ਹਾਂ ਤੇ ਉਸੇ ਵੇਲੇ ਕਹਿੰਦੇ ਨੇ ਬਸ ਲੈ ਹੋ ਗਿਆ ਪਤਤ, ਬਸ ਕੁਛ ਨਹੀਂ। ਇੱਕ ਦੋਸਤ ਮੇਰਾ ਸੀ, ਕਹਿੰਦਾ ਤੁਸੀਂ ਕੀ ਰਾਧਾ ਸਵਾਮੀ ਸਾਡੀ ਸਿੱਖੀ ਨੂੰ ਲਾਜ ਲਾਤੀ। ਮੈਂ ਕਿਸ ਤਰ੍ਹਾਂ? ਮੇਰੀ ਦਾੜੀ ਵੀ ਉਸੇ ਤਰ੍ਹਾਂ ਖੁੱਲੀ ਹੈ, ਪੱਗ ਵੀ ਉਹ ਹੀ ਹੈ, ਕੇਸ ਮੈਂ ਉਸੇ ਤਰ੍ਹਾਂ ਰੱਖੇ ਨੇ, ਮੈਨੂੰ ਸਿੱਖੀ ਕਿੱਥੇ? ਐ ਕੜਾ ਦਿਖਾ। ਮੈਂ ਕਿਹਾ ਪਹਿਲਾਂ ਤੂੰ ਆਪਣਾ ਕੜਾ ਦਿਖਾ। ਹੁਣ ਕੜਾ ਦਿਖਾਇਆ, ਮੈਂ ਆਪਣਾ ਕੜਾ ਕੱਢ ਕੇ ਦਿਖਾਇਆ। ਮੈਂ ਕਿਹਾ ਦੱਸ ਤੇਰਾ ਕੜਾ ਮੋਟਾ ਹੈ ਕਿ ਮੇਰਾ ਕੜਾ ਮੋਟਾ ਹੈ? ਐਡਾ ਸਾਰਾ ਦਿਖਾਇਆ ਬੈਠ ਕੇ। ਮੈਂ ਕਿਹਾ ਤੁਸੀਂ ਕਿੰਨਾ ਗੱਲਾਂ ਵਿੱਚ ਪੈ ਗਏ, ਤੁਸੀਂ ਕਿਹੜੀਆਂ ਕਹਾਣੀਆਂ 'ਚ ਪੈ ਗਏ? ਇਹ ਬਾਹਰ ਦੇ ਭੇਖ ਰੱਖਣ ਦੇ ਨਾਲ ਆਤਮਾ ਪਵਿੱਤਰ ਹੋ ਜਾਂਦੀ ਹੈ? ਕਦੀ ਪਵਿੱਤਰ ਨਹੀਂ ਹੁੰਦੀ। ਜਿੰਨੇ ਨਾਮ ਅਸੀਂ ਜਪਦੇ ਹਾਂ ਬਾਹਰ, ਅਸੀਂ ਆਪਣੇ ਨਾਮ ਨੂੰ ਚੰਗਾ ਸਮਝਦੇ ਹਾਂ, ਆਪਣੇ ਨਾਮ ਨੂੰ ਵੱਡਾ ਸਮਝਦੇ ਹਾਂ, ਦੂਜਿਆਂ ਨਾਵਾਂ ਨਾਲ ਅਸੀਂ ਨਫ਼ਰਤ ਕਰਦੇ ਹਾਂ। ਕੋਈ ਸਿੱਖ ਭਰਾ ਬੈਠਾ ਸੀ, ਉਹਦੀ ਦਸੀ ਰਿੜ ਕੇ ਤੇ ਨਾਲੀ ਵਿੱਚ ਡਿੱਗ ਪਈ। ਦਸੀ ਜਿਹੜੀ ਹੁੰਦੀ ਹੈ ਕਿੰਨੀ ਨਗੂਣੀ ਚੀਜ਼ ਹੈ। ਉਹਨੇ ਸੋਚਿਆ ਵੀ ਹੁਣ ਗਵਾ ਥੋੜੀ ਜਾਣੀ ਹੈ, ਕੱਢਣੀ ਚਾਹੀਦੀ ਹੈ।
ਨਾਲੀ ਦੇ ਕੰਢੇ ਉੱਤੇ ਬੈਠ ਕੇ ਝਾਤੀ ਮਾਰਨ ਡਿਆ ਹੈ ਵੀ ਕਿਤੇ ਨਜ਼ਰ ਆ ਜਾਏ ਤੇ ਨਾਲੇ ਕਹਿੰਦਾ ਯਾ ਅੱਲਾ ਦਸੀ ਲੱਭ ਦੇ, ਯਾ ਅੱਲਾ ਦਸੀ ਲੱਭ ਦੇ। ਉਹ ਲਾਗੋ ਦੀ ਹੋਰ ਇੱਕ ਭਰਾ ਨੰਗਿਆ ਸਿੱਖ, ਓਏ ਮੂਰਖਾ, ਉਹ ਸਿੱਖ ਹੋ ਕੇ ਯਾ ਅੱਲਾ ਕਰਨ ਡਿਆ। ਆਂਦਾ ਤੂੰ ਬੜਾ ਬੇਵਕੂਫ ਹੈ, ਦਸੀ ਪਿੱਛੇ ਮੈਂ ਆਪਣੇ ਵਾਗਰੂ ਨੂੰ ਨਾਲੀ ਵਿੱਚ ਵਾੜ ਦੇਵਾਂ? ਮੈਂ ਤੇ ਅੱਲਾ ਪਾਸੋਂ ਹੀ ਕਢਾਉਣੀ ਆ, ਅੱਲਾ ਪਾਸੋਂ ਕਢਾਉਣੀ। ਤਾਂ ਤੁਸੀਂ ਸੋਚ ਲਓ ਵੀ ਸਾਰੇ ਰੱਬ ਦੇ ਨਾਂ ਰੱਖੇ ਹੋਏ ਹਨ, ਆਪਣੇ ਨਾਵਾਂ ਨਾਲ ਪਿਆਰ ਹੈ, ਦੂਜੇ ਨਾਵਾਂ ਨਾਲ ਨਫ਼ਰਤ ਹੈ। ਤਾਂ ਇਹ ਕਿਸ ਤਰ੍ਹਾਂ ਕੰਮ ਕਰ ਸਕਦਾ ਹੈ? ਮਹਾਤਮਾ ਦੀ ਬਾਣੀ ਜਿਹੜੀ ਹੈ ਉਹ ਤੇ ਕੁੱਲ ਚੀਜ਼ਾਂ ਨਾਲ ਸਾਡਾ ਪਿਆਰ ਸਿਖਾਉਂਦੀ ਹੈ, ਸਭ ਮਜ਼ਹਬਾਂ ਨਾਲ ਪਿਆਰ ਸਿਖਾਉਂਦੀ ਹੈ, ਇਨਸਾਨ ਨੂੰ ਇਨਸਾਨ ਬਣਾਉਂਦੀ ਹੈ। ਅਸੀਂ ਇਹਨਾਂ ਦਾਇਰਿਆਂ 'ਚ ਬੰਦ ਹੋ ਕੇ ਅਸੀਂ ਸਮਝਦੇ ਹਾਂ ਇਹ ਸਾਡੀ ਚੀਜ਼ ਹੈ, ਇਹ ਹੋਰ ਕਿਸੇ ਦੀ ਚੀਜ਼ ਨਹੀਂ ਹੈ। ਜਿਹੜੇ ਪੁਰਸ਼ ਕਹਿੰਦੇ ਹਨ ਕਿ ਖੁਦਾ ਸਾਡਾ ਬਾਪ ਹੈ, ਖੁਦਾ ਸਾਡਾ ਬਾਪ ਹੈ, ਐਸੀਆਂ ਸੰਪਰਦਾਵਾਂ ਵੀ ਹਨ ਜਿਹੜੀਆਂ ਦਾਅਵਾ ਕਰਦੀਆਂ ਹਨ ਖੁਦਾ ਸਾਡਾ ਬਾਪ ਹੈ। ਉਹਨਾਂ ਨੂੰ ਕੀ ਹੱਕ ਹਾਸਲ ਹੈ ਕਿ ਉਹ ਖੁਦਾ ਨੂੰ ਬਾਪ ਕਹਿਣ ਜਦੋਂ ਉਹ ਦੂਜਿਆਂ ਇਨਸਾਨਾਂ ਨੂੰ ਆਪਣਾ ਭਰਾ ਹੀ ਨਹੀਂ ਸਮਝਦੇ, ਆਪਣੀਆਂ ਭੈਣਾਂ ਹੀ ਨਹੀਂ ਸਮਝਦੇ? ਉਹਨਾਂ ਨੂੰ ਕੀ ਹੱਕ ਹਾਸਲ ਹੈ ਕਿ ਉਹ ਖੁਦਾ ਨੂੰ ਕਹਿਣ ਉਹ ਸਾਡਾ ਬਾਪ ਹੈ? ਅਸੀਂ ਸਭ ਲੋਕ ਗਲਤ ਰਸਤੇ ਉੱਤੇ ਪੈ ਗਏ ਹਾਂ। ਗੁਰੂ ਸਾਹਿਬ ਨੇ ਅੱਜ ਸਾਡੇ ਉਹੀ ਭੁਲੇਖੇ ਕੱਢਣੇ। ਤੋ ਇਹ ਸੰਪਰਦਾਵਾਂ ਸਾਨੂੰ ਕੀ ਸਿਖਾਉਂਦੀਆਂ ਹਨ? ਕੋਈ ਕਹਿੰਦਾ ਦਾੜੀਆਂ ਲੰਮੀਆਂ ਰੱਖੋ, ਕੇਸ ਰੱਖੋ, ਸਿਰ ਦੇ ਉੱਤੇ ਪੱਗਾਂ ਬੰਨੋ। ਕੋਈ ਆਂਦਾ ਹੈ ਸਿਰ ਮਨਾ ਦੋ, ਬੋਦੀਆਂ ਰੱਖੋ ਔਰ ਧੋਤੀਆਂ ਤੇੜ ਬਣ ਲਓ, ਟੋਪੀਆਂ ਪਾ ਲਓ। ਕੋਈ ਆਂਦਾ ਹੈ ਲੱਭਾਂ ਕਟਾਓ, ਕੋਈ ਕਹਿੰਦਾ ਸੁੰਨਤ ਕਰਾਓ, ਕੋਈ ਕੁਛ ਕੋਈ ਕੁਛ। ਇਹ ਸਭ ਸਾਨੂੰ ਦਾਇਰਿਆਂ 'ਚ ਬੰਦ ਕਰ ਰਹੇ ਹਨ ਔਰ ਇੱਕ ਦਾਇਰੇ ਤੋਂ ਚੁੱਕ ਕੇ ਦੂਜੇ ਦਾਇਰੇ 'ਚ ਲਿਆ ਕੇ ਬੜੇ ਫੁੱਲ ਤੇ ਸਮਾਉਂਦੇ ਨਹੀਂ ਵੀ ਅਸੀਂ ਬੜੀ ਮੱਲ ਮਾਰ ਲਈ ਹੈ। ਜਦ ਤੱਕ ਮਨ ਦੀ ਹਾਲਤ ਨਹੀਂ ਬਦਲਦੀ ਉਹਨਾਂ ਚਿਰ ਤੱਕ ਕੁਛ ਨਹੀਂ ਬਦਲਦਾ। ਤੋ ਮਹਾਤਮਾ ਪ੍ਰਵਿਰਤੀ ਮਾਰਗ ਸਿਖਾਉਣ ਲੱਗਿਆ ਸਾਨੂੰ ਇਹ ਗੱਲ ਬਿਲਕੁਲ ਨਹੀਂ ਸਿਖਾਉਂਦੇ। ਪ੍ਰਵਿਰਤੀ ਮਾਰਗ ਜਿਹੜਾ ਹੈ ਉਹ ਕੀ ਹੈ? ਪ੍ਰਵਿਰਤੀ ਮਾਰਗ ਜਿਹੜਾ ਮਹਾਤਮਾ ਸਿਖਾਉਂਦੇ ਹਨ ਉਹ ਮਾਰਗ, ਉਹ ਪ੍ਰਵਿਰਤੀ ਮਾਰਗ ਜਿਹੜਾ ਹੈ ਉਹ ਦੇਹ ਦਾ ਨਹੀਂ ਹੈ, ਦੇਹ ਨਾਲ ਸੰਬੰਧ ਨਹੀਂ ਰੱਖਦਾ। ਉਹ ਜੋ ਵੀ ਗੱਲ ਕਰਦੇ ਹਨ ਸਾਡੀ ਰੂਹ ਨਾਲ ਸੰਬੰਧ ਰੱਖਣ ਵਾਲੀ ਗੱਲ ਕਰਦੇ ਹਨ। ਉਹ ਗੱਲਾਂ ਸਾਨੂੰ ਸਿਖਾਉਂਦੇ ਹਨ, ਉਹ ਜਾਚਾਂ ਸਿਖਾਉਂਦੇ ਹਨ ਜਿਨ੍ਹਾਂ ਨਾਲ ਜਿਸ ਮਜ਼ਹਬ ਵਿੱਚ ਅਸੀਂ ਬੈਠੇ ਹੋਏ ਹਾਂ ਨਾ ਤਾਂ ਸਾਡਾ ਮਜ਼ਹਬ ਟੁੱਟਦਾ ਹੈ, ਨਾ ਸਾਡੀ ਕੋਈ ਸ਼ਕਲ 'ਚ ਫਰਕ ਪੈਂਦਾ ਹੈ, ਨਾ ਸਾਡੀ ਕੋਈ ਅਕਲ ਵਿੱਚ ਫਰਕ ਪੈਂਦਾ ਹੈ। ਤਾਂ ਕੀ ਸਿਖਾਉਂਦੇ ਹਨ? ਮਹਾਤਮਾ ਜਦ ਨਾਮ ਦਿੰਦਾ ਹੈ ਉਸ ਵਕਤ ਚਾਰ ਚੀਜ਼ਾਂ ਜਿਹੜੀਆਂ ਹਨ, ਚਾਰ ਚੀਜ਼ਾਂ ਸਿਖਾਉਂਦਾ ਹੈ। ਉਹ ਕਿਹੜੀ? ਕਹਿੰਦੇ ਦੇਖ ਹੋਰ ਕੁਛ ਨਹੀਂ ਕਰਨਾ, ਦੇਖੀ ਸਭ ਤੋਂ ਪਹਿਲੀ ਗੱਲ ਹੈ ਉਸ ਉੱਚੀ ਦੌਲਤ ਨੂੰ ਅੱਜ ਪ੍ਰਾਪਤ ਕੀਤਾ ਹੈ, ਆਪਣੇ ਮਾਰਗ ਤੇ ਚੱਲਣ ਲੱਗਾ ਹੈ। ਦੇਖ ਸ਼ਰਾਬ ਬਿਲਕੁਲ ਨਹੀਂ ਪੀਣੀ, ਸ਼ਰਾਬ ਨਹੀਂ ਪੀਣੀ ਬਿਲਕੁਲ। ਕਿਉਂ? ਹੁਣ ਵਿਚਾਰ ਕੇ ਦੇਖੋ, ਜੇ ਹਿੰਦੂ ਹੋ ਕੇ ਸ਼ਰਾਬ ਨਾ ਪੀਵੇ ਤਾਂ ਵੀ ਇਹਦੀ ਇੱਜ਼ਤ ਹੈ ਔਰ ਆਦਰ ਹੈ। ਸਿੱਖ ਹੋ ਕੇ ਸ਼ਰਾਬ ਨਾ ਪੀਵੇ ਤਾਂ ਵੀ ਇਹਦੀ ਸ਼ੋਭਾ ਹੈ। ਮੁਸਲਮਾਨ ਹੋ ਕੇ ਸ਼ਰਾਬ ਨਾ ਪੀਵੇ, ਮੁਸਲਮਾਨੀ ਟੁੱਟਦੀ ਨਹੀਂ ਹੈ। ਈਸਾਈ ਹੋ ਕੇ ਸ਼ਰਾਬ ਨਾ ਪੀਵੇ, ਈਸਾਈ ਮਜ਼ਹਬ ਉਸ ਤੇ ਨੂੰ ਕੋਈ ਠੇਸ ਨਹੀਂ ਪਹੁੰਚਦੀ। ਵਿਚਾਰ ਕੇ ਦੇਖ ਲਓ। ਫਿਰ ਇਹ ਮਾਰਗ ਜਿਹੜਾ ਹੈ ਇਹ ਰੂਹ ਦਾ ਮਾਰਗ ਹੈ, ਇਹ ਰੂਹ ਦੀ ਰਹਿਤ ਹੈ, ਇਹ ਦੇਹ ਦੀ ਰਹਿਤ ਨਹੀਂ। ਦੂਸਰੀ ਚੀਜ਼ ਮਹਾਤਮਾ ਸਿਖਾਉਂਦੇ ਹਨ ਭਾਈ ਦੇਖ ਮਾਸ ਨਹੀਂ ਖਾਣਾ। ਅਗਰ ਸਿੱਖ ਹੋ ਕੇ ਮਾਸ ਨਹੀਂ ਖਾਂਦਾ ਤਦ ਸਿੱਖੀ ਜਿਹੜੀ ਹੈ ਉਹ ਖਤਮ ਤੇ ਨਹੀਂ ਹੋ ਜਾਂਦੀ। ਜੇ ਹਿੰਦੂ ਹੋ ਕੇ ਮਾਸ ਨਹੀਂ ਖਾਂਦਾ, ਹਿੰਦੂ ਮਤ ਵਿੱਚੋਂ ਬਾਹਰ ਤੇ ਨਹੀਂ ਨਿਕਲ ਆਉਂਦਾ। ਜੇ ਮੁਸਲਮਾਨ ਹੋ ਕੇ ਮਾਸ ਨਹੀਂ ਖਾਂਦਾ ਤਾਂ ਕੋਈ ਲੀਕ ਤੇ ਨਹੀਂ ਲੱਗਦੀ ਇਸ ਨੂੰ। ਜੇ ਈਸਾਈ ਹੋ ਕੇ ਮਾਸ ਨਹੀਂ ਖਾਂਦਾ ਤਾਂ ਇਸ ਦੀ ਪਵਿੱਤਰਤਾ ਕਾਇਮ ਹੁੰਦੀ ਹੈ, ਇਸ ਦੀ ਪਵਿੱਤਰਤਾ ਜਿਹੜੀ ਹੈ ਉਹ ਭੰਗ ਨਹੀਂ ਹੁੰਦੀ। ਤਾਂ ਸੋਚੋ ਇਹ ਦੂਜੀ ਰਹਿਤ ਜਿਹੜੀ ਹੈ ਇਹ ਗੁਰੂ ਸਿਖਾਉਂਦਾ ਹੈ, ਇਹ ਸਾਰੀ ਰੂਹ ਨਾਲ ਸੰਬੰਧ ਰੱਖਣ ਵਾਲੀ ਹੈ, ਦੇਹ ਨਾਲ ਕੋਈ ਸੰਬੰਧ ਰੱਖਣ ਵਾਲੀ। ਤਾਂ ਤੀਸਰੀ ਰਹਿਤ ਕੀ ਸਿਖਾਉਂਦਾ ਹੈ? ਆਪਣਾ ਕਰੈਕਟਰ ਉੱਚਾ ਰੱਖਣਾ ਹੈ, ਚਾਲ ਚਲਨ ਪਵਿੱਤਰ ਰੱਖਣਾ ਹੈ। ਅਗਰ ਕੋਈ ਹਿੰਦੂ ਬਣ ਕੇ ਚਾਲ ਚਲਨ ਅੱਛਾ ਰੱਖੇ, ਸਿੱਖ ਬਣ ਕੇ, ਈਸਾਈ ਬਣ ਕੇ, ਮੁਸਲਮਾਨ ਬਣ ਕੇ ਰੱਖੇ, ਸਾਰੇ ਉਹਦੀ ਸੋਭਾ ਕਰਦੇ हैं। और चौथी चीज की है? नाम लेके नाम की कमाई करनी है।
नाम लैके नाम की कमाई करनी है और नाम तो बगैर वक्त जो है वो जाया नहीं गवाना। कुछ हो जाए कि हो जाए घड़े डुल जाए, भजन का वक्त नहीं गवाना। तो ये गुरु जरा है प्रवृत्ति मार्ग सिखाता है, जिसका संबंध निरा साडी आत्मा नाल है। अज नहीं गुरुआ ने पिछे जिस वक्त नाम दिते ये हुई रहता उन्होंने उस वक्त भी सानू सिखाइया। पर मन बड़ा पापी है, गुरु को सब कुछ सुन सुना के घर आके मुकर जाता है। ताया जी सन मेरे बड़ी शराब पींदे सी, बड़े औखे होके नाम दवाया ते शुक्र किया भी शराब पीनों हट जाएंगे। पर महीना 2 महीने नहीं, ये जरा भैड़ा पुस पिया होया है ये जांदा किथे है। ताई जी कह लगे काका कानू नाम दवाया एक होर पाप कर बैठा, वो तो फिर शराब डफन लग गया। मैं कहा अच्छा, मैं कहा बाहर से कभी नहीं देखा। कहते फिर जसो पीण लगू मैं तेन सद के लै जू। मैं कहा बहुत अच्छा। मैनू वो सद के लै गई, पीण लगा। मैं कहा ताया जी ये की कर लगे? वो मैं महाराज जी पासों नाम लिया सी तो मैं उन्होंने पासों पा बख्शाली सी, पा बख्शाली सी, पा तो वध मैं नहीं पीता। वो मैं क्या एडा झूठ है? वो गुरु कभी किसी सिख को नहीं कहता भी तू पा पी लिया कर या शतांगी पी लिया कर, तू कहना भी पा। कहता है हुण तू जे नहीं तो मैं तेन गुरु नूं मूंह ते कर दवांगा, तू मेरे नाल चली। मेरी गल यकीन च ना आवे। मैं आख्या चंगा। मैं उन्होंने लैके इत्थे आया। जब इत्थे आया अजे महाराज जी नहीं सी आए, भाई दरबारी साहब शब्द पढ़ रहे सन, पापी जी वड़िया लग सतगुर दी शरणी पापी जी वड़े। कहता फिर गुरु नूं दे पिछों पुछो ही लवे अल्लाह भाई पहला की शब्द पढ़ रहे, यो ते वो शब्द पढ़ रहे। मैं की आंदा पापी जी वड़िया फिर सतगुर दी शरणी लग। फिर तुसी सोचो जदों ये वड़िया मत्तां उल्ट जान फिर ये परमार्थ से किस तरह चलने। तो असी जी गुरु सानू प्रवृत्ति मार्ग भी सिखाता है, असी उस प्रवृत्ति मार्ग से भी चलने की बिल्कुल कोशिश नहीं करते। तो गुरु साहब इत्थे कह रहे हैं कि जिहड़ियां गल्लां मैं तुहानू सिखाइयां हैं, अगर तुहानू भरोसा नहीं है, तुसी वेद शास्त्र उस मौके दियां पुराने धार्मिक ग्रंथ सन, तुसी उन्हां दा मतालिया करो, उन्हां नू पढ़ो, तुहानू सोझी आवे भई ये प्रवृत्ति मार्ग जिहड़ा है ये चीज है। ये मैं अपने पासों नहीं कह रहा, साडे वेद शास्त्र ग्रंथ पोथियां भी इस चीज की हामी पाते हैं। तो की कहते हैं अगे प्यार नाल सुनो। हर पहलड़ी लाव परवृत्ति कर्म दृढ़ाया बलराम जियो, बानी ब्रह्मा वेद धर्म दृढ़ो, पाप त्याया बलराम जियो, धर्म दृढ़ो हर नाम पे आवो, सिमरत नाम दृढ़ाया, सात गोर गोर पूरा आराधो, सब किल विख पाप गवाया। तो चौथी पातशाही इन्हां तुकां दे विच 3 गल्लां जिहड़ियां हैं वो स्पष्ट तौर ते सानू दसदे हैं। केड़ी केड़ी? धर्म दृढ़ो, धर्म दृढ़ो हर नाम ध्यावो ते सिमरत नाम ते आया। एक धर्म नूं दृढ़ करना, हर नाम की कमाई करनी और सिमरन का आसरा लेना, ये 3 गल्लां रूह और आत्मा के वास्ते बड़ियां जरूरी है। तो धर्म केड़ा है? धर्म गुरु का धर्म कोई पेचीदा धर्म नहीं होता जिहड़ा साडी समझ च ना बैठे, साडी अकल च ना आए, जिसनों असी जान ना सकिए, पछाण ना सकिए। बिल्कुल संक्षेप, मुख्तसर और छोटा जिहा ही हुंदा है।
गुरु कहता है इस धर्म नूं पक्कियां कर ले, बाकी दा जिम्मेवार मैं। अगर तेनों आंच लग जाए फिर तू मैनू आके फल नहीं, तू धर्म से पहला दृढ़ हो। तो धर्म की है? ਉਹੀ ਜਿਹੜੀ ਗੱਲ ਪਹਿਲਾਂ ਦੱਸੀ ਸੀ, ਸ਼ਰਾਬ ਨਹੀਂ ਪੀਣੀ, ਮਾंस नहीं खाना, करैक्टर ਉੱਚਾ ਰੱਖਣਾ है और नाम ਦੀ कमाई करनी है, ये है धर्म। फिर हर नाम ध्यावो, हर नाम शब्द ਜਿਹੜਾ है जिथे किते भी गुरबाणी विच हर नाम, जिथे किते गुरबाणी विच नौनित नाम, जिथे किते गुरबाणी च सतनाम, जिथे किते गुरबाणी विच राम नाम, ये आउंदे हन। इन्हां दा सिद्धा ही भाव वो नाम है जिहड़ा नाम ना लफ्ज़ां ना बोलिया जावे, ना लिखिया जावे और ना ही बयान किया जा सके। उस दा जाप जिहड़ा है जबान नाल हो ही नहीं सकता। वो काहदे नाल हुंदा है? रूह दी जुबान नाल जाप हुंदा है। उसनूं दृढ़ किया जाता है, उसनूं आराध्या जाता है, उसनूं ध्याया जाता है। तो धर्म दृढ़ो, हर नाम ध्यावो। ते कहंदे वो नाम किस तरह ध्यावांगे कि सब तो पहला सिमरन दा आसरा लेना पैंदा है। सिमरत नाम ध्याया, कहते जिन्ना चिर तक ये सिमरन च पक्का नहीं है उन्ना चिर तक हिरदे विच नाम का जाप जिहड़ा है हो नहीं सकता। पहला गल जबान नाल पकाई दी है, जब जबान नाल पक जाती है जबान की लोड़ नहीं रहिंदी, ख्याल नाल ही चलण लग जाती है। तो ख्याल नाल चलदे चलदे हिरदे च जगह देती है। कहते जिस वक्त हिरदे च जाके ये जगह मलदा है सिमरन, उस हर नाम नूं जिस वक्त ये जीव सुनता है, इनू आप कोई यतन करने की लोड़ नहीं, कोई कोशिश करने की लोड़ नहीं, कोई सिक्ख्या लैण की कोई लोड़ नहीं, कोई मतन लैण की लोड़ नहीं। वो नाम जिस वक्त सुनता है, ये सुते सिद्ध ही सुच्चा पाक पवित्र गुरमुख, ये अपने आप नाम इसनों आप ही कर लेता है। इनू लोड़ नहीं जोर पाउण दी, लेकिन अज तक नाम नाल नहीं जुड़ सके उस नाल हर नाम नाल। हर नाम जिहड़ा है वो किथे है, बाहर नहीं है। सब गुरु साहिबान ने दसिया है, नौनित अमृत प्रभ का नाम देही में उसका विश्राम। वो साडी देह दे अंदर है, बाहर नहीं। उस नाम नूं सुनन दा की फायदा है? गुरु नानक साहब ने जपजी साहब दे विच 4 पौड़ियां सुनिए दियां लिखियां हैं। उस नाम के सुनने नाल जीव की हालत की बदल जाती है? सुनिए सत संतोख ज्ञान, ये जिहड़े 4 पदार्थ संतां दे हैं, ये जिहड़े 4 पदार्थ मिलते हैं, कहते ने उसनूं सुनन दे नाल 4 पदार्थ इस जीव नूं प्राप्त हो जाते हैं। सत भी मिल जाता है, संतोख भी मिल जाता है, ज्ञान भी मिल जाता है और सहज सुख भी मिल जाता है, सहज बाणी भी मिल जाती है। ये 4 पदार्थ संतां दे, वेदां शास्त्रां दे और होर ग्रंथां ने धर्म अर्थ काम मोक्ष 4 पदार्थ कहे हैं, लेकिन संत इन्हां नूं नहीं चाहते। संत न चाहे मुक्त को नहीं पदार्थ 4, इन्हां नूं नहीं चाहते बिल्कुल। संतां दे पदार्थ जिहड़े 4 ने वो होर पदार्थ हैं। वो किहड़े हैं? सत संतोख, सत संतोख कहते ने, ते तीसरा ज्ञान और चौथा बाणी जिहड़ा है सहज बाणी जिन्हों कहते हैं। ये 4 पदार्थ संतां दे। तो कहते ने सिमरत, कहते जब असी सिमरते हाँ वो हिरदे विच आके बैठ जाता है। ਉਹਦੇ ਹਿਰਦੇ 'ਚ बैठ के निशानी की है? जिस वक्त हर नाम हिरदे 'ਚ बैठता है, इनू अपनी राखी की लोड़ नहीं रह जाती, हर नाम इसकी राखी करता है। हर नाम राखी करता है। किस तरह करता है? जब हिरदे 'ਚ आके बैठता है, सब किल विच जिन्ने पाप अपराध सब निकल के बाहर हो जाते हैं। जिस जंगल दे विच पंछी वसते होण, अगर उत्थे बाज आके अपना वासा कर लवे
ਤੁਸੀਂ ਦੇਖੋ ਕੋਈ ਪੰਛੀ ਨਹੀਂ ਰਹਿੰਦਾ, ਸਭ ਤਿੱਤਰ ਹੋ ਜਾਂਦੇ, ਉੱਡ ਜਾਂਦੇ ਹਨ, ਪੈ ਖਾ ਕੇ ਹੀ ਨਿਕਲ ਜਾਂਦੇ। ਤਾਂ ਜਿਸ ਵਕਤ ਸਾਡੇ ਹਿਰਦੇ ਵਿੱਚ ਹਰ ਨਾਮ ਜਾਗਦਾ ਹੈ, ਗੁਰੂ ਸਾਹਿਬ ਕਹਿੰਦੇ ਹਨ ਇਹ ਸੱਚਾ ਸੁੱਚਾ ਹੋ ਜਾਂਦਾ ਹੈ। ਕਹਿੰਦੇ ਨੇ ਸੁਣੀਏ ਸਤ ਸੁਖ ਸੰਤੋਖ ਗਿਆਨ, ਸੁਣੀਏ 68 ਦਾ ਇਸ਼ਨਾਨ। ਨਾ ਇਹਨੂੰ ਇਸ਼ਨਾਨ ਕਰਨ ਦੀ ਲੋੜ ਰਹਿੰਦੀ ਹੈ, 68 ਤੀਰਥਾਂ ਦਾ ਫਲ ਉਸ ਦੇ ਸੁਣਨ ਨਾਲ ਹੀ ਇਸ ਨੂੰ ਪ੍ਰਾਪਤ ਹੋ ਜਾਂਦਾ ਹੈ। ਉਹਦੇ ਬੈਠਣ ਦੀ ਸੁਣਨ ਦੀ ਕਿਹੜੀ ਥਾਂ ਹੈ? ਇਹ ਤੀਸਰਾ ਤਿਲ ਹੈ, ਜਿਸ ਨੂੰ ਮਹਾਤਮਾ ਨੇ ਤੀਸਰਾ ਤਿਲ ਗੁਰੂ ਸਾਹਿਬਾਂ ਨੇ ਬਿਆਨ ਕੀਤਾ ਹੈ। ਬਾਣੀ ਚ ਜਪਜੀ ਸਾਹਿਬ ਦੇ ਗੁਰੂ ਸਾਹਿਬ ਕਹਿੰਦੇ ਨੇ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲ ਕਾ ਮਾਨ। ਜਿਸ ਪੁਰਸ਼ ਨੂੰ ਇਸ ਦਿਲ ਵਿੱਚ ਬੈਠਣ ਦੀ ਵਡਿਆਈ ਪ੍ਰਾਪਤ ਹੋ ਗਈ ਹੈ, ਨਾ ਉਹਨੂੰ ਤੀਰਥ ਕਰਨ ਦੀ ਲੋੜ ਹੈ, ਨਾ ਉਹਨੂੰ ਤਪ ਕਰਨ ਦੀ ਲੋੜ ਹੈ, ਨਾ ਉਹਨੂੰ ਦਾਨ ਕਰਨ ਦੀ ਲੋੜ ਹੈ, ਨਾ ਉਹਨੂੰ ਪੁੰਨ ਕਰਨ ਦੀ ਲੋੜ ਹੈ। ਸਾਰੇ ਧਰਮ ਜਿਹੜੇ ਹਨ ਉਹਦੇ ਆਪਣੇ ਆਪ ਇੱਥੇ ਪਹੁੰਚਣ ਨਾਲ ਹੀ ਸਭ ਪ੍ਰਾਪਤ ਹੋ। ਤਾਂ ਵਿਚਾਰ ਕੇ ਦੇਖੀਏ ਅਸਲੀਅਤ ਕੀ ਹੈ। ਅਸੀਂ ਤਾਂ ਸਿਰਫ ਵਿਆਹ ਹੀ ਮੁੱਖ ਰੱਖਿਆ ਹੈ, ਵੀ ਲਾਂ ਪੜੀ ਗਈ ਇੱਕ, ਵਿਆਹ ਦਾ ਚੌਥਾ ਐਸਾ ਖਤਮ ਹੋ ਗਿਆ। ਪਰ ਨਹੀਂ, ਦੇਖੋ ਗੁਰੂ ਸਾਹਿਬ ਸਾਨੂੰ ਕਿਸ ਤਰ੍ਹਾਂ ਬਤਦਰੀਜ ਦਰਜੇਵਾਰ ਸਾਡੇ ਪਰਮਾਰਥ ਨੂੰ ਉੱਚਾ ਕਰਦਿਆਂ ਬਾਹਰੋਂ ਸਾਡੇ ਖਿਆਲ ਨੂੰ ਮੋੜ ਕੇ ਸਾਡੀ ਆਤਮਾ ਨੂੰ ਅਸਲ ਮਾਰਗ ਔਰ ਅਸਲ ਰਸਤਾ ਦਿਖਾ ਰਹੇ। ਫਿਰ ਕੀ ਕਹਿੰਦੇ ਹਨ ਅੱਗੇ ਪਿਆਰ ਨਾਲ ਸੁਣੋ। ਧਰਮ ਦ੍ਰਿੜੋ ਹਰ ਨਾਮ ਤੇ ਆਵੋ, ਸਿਮਰਤ ਨਾਮ ਦ੍ਰਿੜਾਇਆ, ਸਤ ਗੁਰ ਗੁਰ ਪੂਰਾ ਆਰਾਧੋ, ਸਾਧ ਕਿਲ ਵਿਖ ਪਾਪ ਗਵਾਇਆ। ਹੁਣ ਇਸ ਤੁਕ ਵਿੱਚ ਗੁਰੂ ਸਾਹਿਬ ਨੇ ਸਤਿਗੁਰ ਔਰ ਗੁਰ ਦੋ ਸ਼ਬਦ ਜਿਹੜੇ ਨੇ ਲਿਖੇ ਹਨ। ਤੇ ਜੇ ਗੁਰੂ ਸਾਹਿਬ ਇੰਨਾ ਹੀ ਲਿਖ ਦਿੰਦੇ ਸਤਿਗੁਰ ਪੂਰਾ ਆਰਾਧੋ ਇੰਨਾ ਲਿਖ ਦਿੰਦੇ ਤਾਂ ਵੀ ਕੋਈ ਤੋਲ ਚ ਫਰਕ ਨਹੀਂ ਸੀ ਪੈ ਜਾਣਾ। ਲੇਕਿਨ ਨਹੀਂ, ਮਹਾਤਮਾ ਦੀ ਬਾਣੀ ਦੇ ਵਿੱਚ ਇੱਕ ਇੱਕ ਸ਼ਬਦ ਦੇ ਵਿੱਚ ਭੇਦ ਛੁਪੇ ਪਏ ਹੁੰਦੇ ਹਨ। ਇੱਕ ਇੱਕ ਸ਼ਬਦ ਜਿਹੜਾ ਹੈ ਆਪਣੇ ਅੰਦਰ ਲੱਖਾਂ ਭੇਦ ਲੁਕਾ ਕੇ ਬੈਠਾ ਹੈ। ਤਾਂ ਗੁਰੂ ਸਾਹਿਬ ਇੱਥੇ ਸਾਨੂੰ ਕਹਿ ਰਹੇ ਹਨ ਸਤਿਗੁਰ ਗੁਰ ਪੂਰਾ ਆਰਾਧੋ। ਗੁਰੂ ਦੀ ਵੀ ਭਗਤੀ ਕਰਨੀ ਹੈ, ਸਤਿਗੁਰ ਦੀ ਵੀ ਭਗਤੀ ਕਰਨੀ। ਗੁਰੂ ਦੀ ਭਗਤੀ ਕਦੋਂ ਕਰਨੀ ਹੈ? ਜਦੋਂ ਗੁਰੂ ਸਾਹਮਣੇ ਆ ਕੇ ਬਿਰਾਜਮਾਨ ਹੁੰਦਾ ਹੈ, ਧਿਆਨ ਨਾਲ ਤਵੱਜੋ ਨਾਲ ਉਹਦੀਆਂ ਗੱਲਾਂ ਸੁਣਨੇ ਹੈ, ਕੀ ਸਾਨੂੰ ਸਮਝਾਉਂਦਾ ਹੈ, ਕੀ ਕਹਿੰਦਾ ਹੈ। ਗੁਰੂ ਦੀਆਂ ਗੱਲਾਂ ਸੁਣਨੀਆਂ, ਗੁਰੂ ਦੇ ਕਹਿਣ ਦੇ ਮੁਤਾਬਕ ਬਾਹਰ ਕੰਮਕਾਰ ਕਰਨੇ, ਗੁਰੂ ਦੇ ਕਹਿਣ ਦੇ ਮੁਤਾਬਕ ਬਾਹਰ ਦੀਆਂ ਸੇਵਾ ਨਿਭਾਉਣੀਆਂ, ਗੁਰੂ ਦੇ ਕਹਿਣ ਦੇ ਮੁਤਾਬਕ ਆਪਣੇ ਜੀਵਨ ਨੂੰ ਬਣਾਉਣਾ, ਇਹ ਬਾਹਰ ਦੇ ਗੁਰੂ ਦੀ ਭਗਤੀ ਹੈ। ਤਾਂ ਕਹਿੰਦੇ ਨੇ ਜਿਹੜਾ ਸਤਿਗੁਰ ਹੈ ਉਹਦੀ ਭਗਤੀ ਕਦੋਂ ਕਰਦੇ ਹਾਂ? ਜਦੋਂ 3 ਵਜੇ ਉੱਠਦੇ ਹਾਂ। ਉਸ ਵੇਲੇ ਗੁਰੂ ਕੋਲ ਤੇ ਨਹੀਂ ਨਾ ਬੈਠਾ ਦਿਸਦਾ। ਗੁਰੂ ਕਹਿੰਦਾ ਮੈਂ ਇੱਥੇ ਬੈਠਾ ਆਇਆ ਹਾਂ, ਇੱਥੇ। ਬਾਹਰ ਦੇ ਗੁਰੂ ਤੇ ਤਾਂ ਸਾਨੂੰ ਕਈ ਵਾਰੀ ਭਾਵ ਆ ਜਾਂਦੇ ਨੇ, ਹਾਏ ਹਾਏ ਇਹ ਗੁਰੂ ਤਾਂ ਕਾਰਾਂ ਤੇ ਚੜਿਆ ਪਿਆ ਫਿਰਦਾ ਹੈ, ਗੁਰੂ ਤਾਂ ਬੜਾ ਚੰਗਾ ਚੋਖਾ ਖਾਂਦਾ ਹੈ, ਗੁਰੂ ਤੇ ਬੜੇ ਖੁਸ਼ੀ ਦਾ ਜੀਵਨ ਬਤੀਤ ਕਰਦਾ ਹੈ। ਬਾਹਰ ਗੁਰੂ ਤੇ ਕਈ ਵਾਰ ਅਭਾਵ ਆ ਜਾਂਦਾ ਹੈ। ਲੇਕਿਨ ਜਿਹੜੀ ਸਤਿਗੁਰ ਦੀ ਭਗਤੀ ਹੈ, ਜਿਸ ਵਕਤ ਇਹ ਜੀਵ ਭਗਤੀ ਕਰਕੇ ਆਪਣੇ ਖਿਆਲ ਨੂੰ ਉੱਪਰ ਕੱਢ ਕੇ ਇੱਥੇ ਸਤਿਗੁਰ ਦੇ ਦਰਸ਼ਨ ਕਰਦਾ ਹੈ, ਦੇਖਦਾ ਹਾਏ ਹਾਏ ਮੈਂ ਤਾਂ ਭੁਲੇਖੇ ਦੀ ਭੁੱਲਿਆ ਰਿਹਾ ਹੈ। ਇਸ ਦੇ ਅੱਗੇ ਤੇ ਤਮਾਮ ਦੇਵਤੇ, ਤਮਾਮ ਖੰਡ ਬ੍ਰਹਿਮੰਡ ਸਭ ਹੱਥ ਜੋੜ ਔਰ ਸਿਰ ਝੁਕਾਈ ਖੜੋਤੇ ਪਏ। ਉੱਥੇ ਜਾ ਕੇ ਪਤਾ ਲੱਗਦਾ ਹੈ ਭਈ ਗੁਰੂ ਗੁਰੂ ਨਹੀਂ, ਜੇ ਗੁਰੂ ਤਾਂ ਕੋਈ ਤਾਕਤ ਹੈ ਜਿਹੜੀ ਸਾਡੇ ਸਾਹਮਣੇ ਬੈਠੀ ਹੋਈ ਹੈ। ਇੱਥੇ ਬਾਹਰ ਬੈਠਿਆ ਸਾਡਾ ਗੁਰੂ ਨਾਲ ਕਦੀ ਪਿਆਰ ਨਹੀਂ ਪੱਕ ਸਕਦਾ, ਪੱਕਾ ਨਹੀਂ ਹੋ ਸਕਦਾ। ਜੇ 4 ਗੱਲਾਂ ਪਿਆਰ ਨੂੰ ਪੱਕਾ ਕਰਦੀਆਂ ਹਨ, ਇੱਕ ਗੱਲ ਐਸੀ ਵਿੱਚ ਕੋਈ ਕਰ ਦਿੰਦਾ ਹੈ, ਉਹਦੇ ਨਾਲ ਹੀ ਪਿਆਰ ਫਿੱਕਾ ਪੈ ਜਾਂਦਾ ਹੈ। ਤਾਂ ਕੀ ਬਿਆਨ ਕੀਤਾ ਜਾਵੇ? ਅਸੀਂ ਦੇਖਦੇ ਹਾਂ ਸਾਡੇ ਇੱਥੋਂ ਤੱਕ ਸਤਸੰਗੀ ਦੀ ਹਾਲਤ ਨਿਗਰੀ ਹੋਈ ਹੈ ਕਈਆਂ ਦੀ। ਜਦ ਕੋਈ ਗੁਰੂ ਹੁਕਮ ਦਿੰਦਾ ਹੈ, ਕਹਿੰਦਾ ਇਹ ਕੀ ਦੇ ਦਿੱਤਾ ਗੁਰੂ ਨੇ ਹੁਕਮ, ਇਹਦੇ ਨਾਲ ਕੋਈ ਫਾਇਦਾ ਪਹੁੰਚਣਾ ਹੈ, ਇਹ ਕੰਮ ਨਹੀਂ ਸੀ ਚਾਹੀਦਾ।
ਅੱਜ ਹੀ ਨਹੀਂ, ਪਿਛਲੇ ਗੁਰੂਆਂ ਦੇ ਵਕਤ ਇਹ ਸਾਰੀਆਂ ਕਹਾਣੀਆਂ ਹੁੰਦੀਆਂ ਰਹੀਆਂ। ਤੋ ਬਾਹਰ ਗੁਰੂ ਜਿਹੜਾ ਹੈ ਉਸ ਦੇ ਉੱਤੇ ਸ਼ਰਧਾ ਲਿਆਉਣੀ ਸੂਰਮੇ ਦਾ ਕੰਮ ਹੈ, ਪਰ ਜਿਸ ਵਕਤ ਅੰਦਰ ਸਤਿਗੁਰ ਨੂੰ ਇਹ ਦੇਖਦਾ ਹੈ ਫਿਰ ਗੁਰੂ ਹਿਰਦੇ ਚੋਂ ਕਦੀ ਨਹੀਂ ਨਿਕਲਦਾ। ਗੁਰੂ ਦਾ ਧਿਆਨ ਧਰਨ ਦੀ ਲੋੜ ਹੀ ਨਹੀਂ ਪੈਂਦੀ। ਗੁਰੂ ਆਪਣੇ ਆਪ ਨਾਲ ਤੁਰਦਾ ਹੈ, ਆਪਣੇ ਆਪ ਨਾਲ ਗੱਲਾਂ ਕਰਦਾ ਹੈ। ਗੁਰੂ ਤੋਂ ਬਿਨਾਂ ਇਹ ਅਲੱਗ ਨਹੀਂ ਹੋ ਸਕਦਾ। ਇਹ ਸੌਂਦਾ ਗੁਰੂ ਨਾਲ ਸੌਂਦਾ, ਇਹ ਜਾਗਦਾ ਗੁਰੂ ਨਾਲ ਜਾਗਦਾ, ਇਹ ਤੁਰਦਾ ਗੁਰੂ ਨਾਲ ਤੁਰਦਾ, ਇਹ ਸਲਾਹ ਲੈਂਦਾ ਗੁਰੂ ਨਾਲ ਸਲਾਹ ਦਿੰਦਾ। ਇਹ ਕਦ ਹੈ ਜਦ ਸਤਿਗੁਰ ਅੰਦਰ ਪੂਰਾ ਪ੍ਰਗਟ ਹੁੰਦਾ ਹੈ। ਤਾਂ ਕਹਿੰਦੇ ਗੁਰੂ ਦੀ ਵੀ ਭਗਤੀ ਕਰਨੀ ਹੈ। ਔਰ ਦੇਖਿਓ ਸਤਿਗੁਰ ਗੁਰ ਪੂਰਾ ਆਰਾਧੋ ਤੇ ਸਤਿਗੁਰ ਦੀ ਵੀ ਭਗਤੀ ਕਰਨੀ। ਫਿਰ ਕਹਿੰਦੇ ਉਸ ਭਗਤੀ ਦੇ ਨਾਲ ਕੀ ਫਾਇਦਾ ਪਹੁੰਚੇਗਾ? ਕੀ ਕਹਿੰਦੇ? ਫਿਰ ਪੜੋ ਧਰਮ ਦ੍ਰਿੜੋ ਹਰ ਨਾਮ ਤੇ ਆਵੋ, ਸਿਮਰਤ ਨਾਮ ਦ੍ਰਿੜਾਇਆ, ਸਤ ਗੁਰ ਗੁਰ ਪੂਰਾ ਆਰਾਧੋ, ਸਭ ਕਿਲ ਵਿਖ ਪਾਪ ਗਵਾਇਆ, ਸਹਿਜ ਆਨੰਦ ਹੋਆ ਵਡ ਭਾਗੀ, ਮਨ ਹਰ ਹਰ ਮੀਠਾ ਲਾਇਆ, ਜਨ ਕਹੈ ਨਾਨਕ ਲਾਵ ਪਹਿਲੀ, ਆਰੰਭ ਕਾਜ ਰਚਾਇਆ। ਕਹਿੰਦੇ ਬੜੇ ਉੱਚੇ ਭਾਗ ਇਸ ਆਤਮਾ ਦੇ ਹੋਏ ਜੇਕਰ ਇਸ ਦਾ ਜਿਉਂਦੇ ਜੀ ਸਤਿਗੁਰ ਦੇ ਨਾਲ ਮਿਲਾਪ ਹੋ ਗਿਆ। ਗੁਰੂ ਨਾਲ ਤੇ ਅਸੀਂ ਮਹੀਨੇ ਪਿੱਛੋਂ, 6 ਮਹੀਨੇ ਪਿੱਛੋਂ, ਵਰੇ ਪਿੱਛੋਂ ਅਸੀਂ ਮਿਲਾਪ ਆ ਹੀ ਕਰਦੇ ਹਾਂ। ਕੋਈ ਦਾਵਾ ਕਰਦਾ ਵੀ ਮੈਂ ਸਤਿਗੁਰ ਨਾਲ ਵੀ ਮਿਲਾਪ ਕੀਤਾ ਹੈ, ਤਾਂ ਸਤਿਗੁਰ ਮਿਲਾਪ ਜਿਸ ਸਤਿਗੁਰ ਇੱਥੇ ਬੈਠਾ ਹੈ। ਇਸ ਵਾਸਤੇ ਸਤਨਾਮ ਵੀ ਇੱਥੇ ਹੀ ਹੈ, ਸਤਿਗੁਰ ਵੀ ਇੱਥੇ ਹੈ। ਇੱਥੇ ਜੋ ਕੁਝ ਅੰਦਰ ਹੈ ਸਭ ਸਤ ਹੈ, ਇੱਥੇ ਜੋ ਕੁਝ ਹੈ ਬਾਹਰ ਸਭ ਭਰਮ ਹੈ। ਸਿਰਸੇ ਵਿੱਚ ਅਸੀਂ ਬੈਠੇ ਹੋਏ ਹਾਂ, ਪਲ ਪਲ ਤੇ ਅਸੀਂ ਜਿਹੜੇ ਹਾਂ ਅਸੀਂ ਆਪਣੇ ਆਪ ਦੇ ਖਿਆਲ ਦੇ ਵਿੱਚੋਂ ਅਸੀਂ ਭਟਕ ਰਹੇ। ਤਾਂ ਕਹਿੰਦੇ ਨੇ ਸਤਿਗੁਰ ਦੇ ਪੂਰਾ ਆਰਾਧਨ ਦੇ ਨਾਲ ਕਹਿੰਦੇ ਨੇ ਕੀ ਹੋਇਆ? ਤਮਾਮ ਪਾਪ ਜਿਹੜੇ ਸੀ ਅੰਦਰੋਂ ਨਿਕਲ ਗਏ ਔਰ ਅੰਦਰ ਸਹਿਜ ਸੁਖ ਮਿਲ ਗਿਆ। ਸਹਿਜ ਸੁਖ ਕਿਹੜਾ ਹੈ? ਇਹ ਜਿਹੜੇ ਦੁਨੀਆ ਦੇ ਸੁਖ ਲੈਨੇ ਹਾਂ ਇਹ ਛਿਨ ਪਲ ਰਹਿੰਦੇ ਨੇ, ਫਿਰ ਇਹ ਸਾਰੇ ਸੁਖ ਜਿਹੜੇ ਹਨ ਇਹ ਸਭ ਤਿੱਤਰ ਹੋ ਜਾਂਦੇ ਨੇ, ਨਹੀਂ ਰਹਿੰਦੇ। ਸਹਿਜ ਸੁਖ ਉਹ ਹੈ ਜਿਹੜਾ ਇੱਕ ਵਾਰੀ ਆ ਕੇ ਮੁੜ ਕੇ ਵਾਪਸ ਨਾ ਜਾਏ, ਉਹਦਾ ਨਾਂ ਸਹਿਜ ਸੁਖ ਹੈ। ਤੋ ਜਿਨ੍ਹਾਂ ਨੂੰ ਸਹਿਜ ਸੁਖ ਆ ਗਿਆ ਉਹਨਾਂ ਦੇ ਮੱਥੇ ਤੇ ਕਦੀ ਸ਼ਿਕਨ ਨਹੀਂ ਆਉਂਦਾ। ਬੇਸ਼ੱਕ ਸਭ ਕੁਝ ਤਬਾਹ ਹੋ ਜਾਏ, ਜੋ ਕੁਝ ਨਾਸ ਹੋ ਜਾਏ, ਅੱਖਾਂ ਦੇ ਪਿੱਛੇ ਕੋਈ ਉਹ ਮੱਥੇ ਤੇ ਵੱਟ ਤੱਕ ਨਹੀਂ ਪਾਉਂਦੇ। ਕਿਉਂ? ਸਹਿਜ ਸੁਖ ਅੰਦਰ ਹੈ, ਸ਼ਾਂਤੀ ਹੈ, ਖੁਸ਼ੀ ਹੈ, ਸੱਚੀ ਖੁਸ਼ੀ ਦੇ ਨਾਲ ਜੁੜਿਆ ਪਿਆ ਹੈ। ਬਾਹਰ ਭਟਕਦਾ ਨਹੀਂ ਹੈ, ਚਿੰਤਾ 'ਚ ਨਹੀਂ ਡੁੱਬਦਾ, ਸਹਿਜਿਆਂ 'ਚ ਨਹੀਂ ਹੈ। ਸਭ ਪਰਦਾ ਚੁੱਕਣ ਦੇ ਨਾਲ ਸਭ ਭੇਦ ਖੁੱਲ ਜਾਂਦਾ ਹੈ। ਇਹ ਜੀਆ ਜੰਤ ਜਿਹੜੀ ਸਾਡੇ ਟੱਬਰ ਦੀ ਹੈ ਇਹ ਕਿੱਥੋਂ ਆਈ ਹੈ, ਕੀ ਕੀ ਲੇਖਾ ਲੈਣ ਵਾਸਤੇ ਆਈ ਹੈ, ਕਦੋਂ ਇਹਨਾਂ ਨੇ ਤੁਰ ਜਾਣਾ ਮੈਨੂੰ ਛੱਡ ਕੇ, ਕਦੋਂ ਮੈਂ ਇਹਨਾਂ ਨੂੰ ਤੁਰ ਜਾਣਾ ਛੱਡ ਕੇ ਆਪਣੀ ਮੌਤ ਦੀਆਂ ਘੜੀਆਂ ਵੀ ਮੁਕਰਰ ਕਰ ਦਿੰਦਾ ਹੈ। ਇਹ ਇੱਥੇ ਪਹੁੰਚਣ ਦੀ ਹਾਲਤ ਹੈ, ਅਜੇ ਬਹੁਤੇ ਦੂਰ ਜਾਣ ਦੀ ਨਹੀਂ। ਅਜੇ ਗੁਰੂ ਸਾਹਿਬ ਦੱਸਣਗੇ ਵੀ ਅੱਗੇ ਕੀ ਕੁਝ ਸਾਨੂੰ ਪ੍ਰਾਪਤ ਹੋਣਾ। ਤੇ ਪਰਦੇ ਤੋਂ ਪਿੱਛੇ ਜਾਣ ਦੇ ਨਾਲ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਜਾਣਕਾਰੀ ਹੋ ਜਾਏਗੀ। ਦੁਨੀਆ ਚੋਂ ਬੋਝ ਸਾਡਾ ਬਿਲਕੁਲ ਨਿਕਲ ਜਾਏਗਾ। ਕਿਸੇ ਨਾਲ ਸਾਡਾ ਹਿੱਤ ਜਿਹੜਾ ਹੈ ਨਹੀਂ ਰਹੇਗਾ। ਸੱਚਾ ਪਿਆਰ ਸਤਿਗੁਰ ਦੇ ਨਾਲ ਹੈ। ਅੰਦਰ ਪਿਆਰ ਚਲਾ ਗਿਆ, ਬਾਹਰ ਰਸਮੀ ਤੌਰ ਤੇ ਵਰਤਦਾ ਹੈ, ਦੁਨੀਆ ਦੇ ਕੰਮ ਕਾਜ ਕਰਦਾ ਹੈ ਔਰ ਕੰਮ ਕਾਜ ਕਰਦਾ ਹੁੰਦਾ। ਜਦੋਂ ਵਕਤ ਆਉਂਦਾ ਹੈ ਉਡਾਰੀ ਮਾਰ ਕੇ ਆਪਣੇ ਘਰ ਜਾਂਦਾ ਹੈ। ਤੋ ਇਹ ਪਹਿਲੀ ਲਾਣ ਹੈ। ਪਹਿਲੇ ਸਤਿਗੁਰ ਨੂੰ ਪਹਿਲੇ ਸਤਿਗੁਰ ਨੇ, ਗੁਰੂ ਦੇਵ ਨੇ ਇਸ ਨਿਗਰੀ ਹੋਈ ਆਤਮਾ ਨੂੰ ਬੜੀ ਹੌਲੀ ਹੌਲੀ ਉਠਾਇਆ। ਕਦੀ ਕਹਿੰਦਾ ਸੇਵਾ ਕਰੋ, ਕਦੀ ਕਹਿੰਦਾ ਭਜਨ ਕਰੋ, ਕਦੀ ਕਹਿੰਦਾ ਪੋਥੀਆਂ ਪੜੋ।
ਇਹ ਵਕਤ ਨਾ ਗਵਾਓ, ਵੇਖੋ, ਧਿਆਨ ਦਿਓ, ਸਭ ਚੀਜ਼ਾਂ ਇਸੇ ਤਰ੍ਹਾਂ ਰਹਿਣੀਆਂ ਹਨ, ਦੁੱਖ ਵੀ ਆਉਣੇ ਨੇ, ਸੁੱਖ ਵੀ ਆਉਣੇ ਹਨ, ਉਹਨੂੰ ਨਾ ਭੁੱਲਿਓ। ਇਹ ਬਾਹਰ ਦੇਹ 'ਚ ਬੈਠ ਕੇ ਸਮਝਾਉਂਦਾ ਹੀ ਰਹਿੰਦਾ ਹੈ ਜਿੰਨਾ ਚਿਰ ਤੱਕ ਬੈਠੇ। ਤੋ ਇਹ ਸਾਰਾ ਸਮਝਾ ਕੇ ਗੁਰੂ ਸਾਹਿਬ ਪਹਿਲੀ ਲਾਭ ਸਮਾਪਤ ਕਰਦੇ ਨੇ। ਬਾਕੀ ਤਿੰਨਾਂ ਲਾਵਾਂ ਦਾ ਜਿਹੜਾ ਸਤਸੰਗ ਹੈ ਉਹ ਕੱਲ ਆਪ ਦੀ ਸੇਵਾ 'ਚ ਪੇਸ਼ ਕਰਾਂਗੇ। प्यारी सा संगत जी राधा चौथी पातशाही गुरु रामदास जी महाराज के कल वाले शब्द का ये दूसरा हिस्सा आप दी सेवा च पेश किया जा रहा है। तो पहले हिस्से विच आप पहली लाम के बाबत अच्छी तरह समझ चुके हो कि गुरु साहब का मकसद पहली लाम कहने तो की जब साडी आत्मा उस परमेश्वर वाले पासे का रुख करती है तो उसनों सब तो पहली दिक्कत ये महसूस होती है ताकत अपने बल अपनी चतुराई नाल कोई आत्मा उस मालिक के घर वापस नहीं जा सकती। तो वो शब्द जिहड़ा है जिहड़ा चौं गुरुआं दा रूप धार के चौथे गुरु श्री गुरु देव जी रूप में देह धार के इत्थे आके बैठता है, वो जिस दिन इसनों नाम बख्शदा है शब्द की ताकत इहदे अंदर जगा दिंदा। उस शब्द का आसरा लैके ये निर्मल आत्मा जिहड़ी है आहिस्ता आहिस्ता बल पकड़ती है, आहिस्ता आहिस्ता बल पकड़ती है। और जे शब्द नाल संबंध टुट जाए फिर विकारां च चली जाती है, फिर खोटे कर्मां च चली जाती है। ओहो ही ऊंटाइयां, ओहो ही भैड़, ओहो ही बुराइयां जिहड़ियां हैं इहदे विच फिर उसे तरह ही आउणियां आरंभ हो जाती है। तो महात्मा वल तुसीं देखो, वो बार बार सानूं समझाउंदे हैं कि जिस शब्द नाल संबंध साडा जोड़ दिता है कुछ भी हो। तो महात्मा वल तुसीं देखो, वो बार बार सानूं समझाउंदे हैं कि जिस शब्द नाल संबंध साडा जोड़ दिता है कुछ भी हो जाए उस शब्द नाल संबंध नहीं टुटण दिया। अगर साडा शब्द नाल संबंध रहिंदा है, शब्द अपनी ताकत दिंदा है, तो गुरु बाहर देह च बैठ के समझाता है, प्रवृत्ति मार्ग दसदा है, किस तरह समझाता है, केड़ा केड़ा परहेज रखना है, किस तरह माया के देश च रहना है, मन दियां की चलाकियां हैं, इन्हां तो किस तरह खबरदार होना है। इत्थे बड़ा वड्डा घोल है, जिहड़ी आत्मा इत्थे ये घोल घोल के इहदे च कामयाबी प्राप्त कर जाती है, अगे रस्ता सुखैन है, अगे गुरु बांह जिहड़ी है अंदर नहीं छड्डदा, कभी भी नहीं छड्डदा। इत्थे गुरु तो असीं परोखे हो जाते हैं, गुरु सातों परोखा हो जाता है। हर वक्त ना असीं गुरु का उपदेश सुन सकते हैं बाहर बैठ के, ना हर वक्त दर्शन ही कर सकते हैं। उत्थे गुरु कभी साथ नहीं छड्डदा और हर वक्त सिख का और गुरु का नाता इन्ना गहरा है कि पल पल से उसकी संभाल करता है, सिख बेफिक्र हो जाता है। हजूर महाराज जी फरमाया करते सन, जेड़ा इथों उठ के तीसरे तिल तक पहुंच गया है उसकी अद्धी भक्ति तो समझ लो उसकी पूरी हो गई है, बाकी का गुरु जिम्मेवार है, उन्होंने हुण कोई फिक्र और चिंता नहीं। इत्थे आत्मा निगरी हुई है, डिगी हुई है, गुरु उसको बार बार उठाउंदा है। और कई बार साढ़े पासों कुकर्म हो जाते हैं, कुकर्म होने करके गुरु तो बेमुख हो जाते हैं,
फिर गुरु वाले पासे का रुख ही नहीं कर सकते असी। साडा अंदर का आदर, साडा अंदर का मान जिहड़ा है ये सोचता है कि जे गुरु नूं आखो मेरे पास वाह खोटा कर्म हो गया आ, खौरे मेरे ते की पहाड़ टुट पैना है। तो नहीं, गुरु ये गल नहीं जानता। गुरु जानता है ये निर्बल रूहां हैं, इन्हां ने पल पल से डिगना है, इन्हां दी डिगदियां दी संभाल करनी है। जिस तरह वो बच्ची अपनी लत्तां विच बल नहीं रखती और उसका नेश संबंधी भरा जिहड़ा है, जिहड़ा उसके नाल पूरा हित रखता है, उसनों अपना बल दे के उसनों डिगण तो बचाउंदा है, अपने बल और ताकत दे नाल खड़ा करता है। इस तरीके दे नाल गुरु नूं सब तो ज्यादा बल इस देश विच आके लाउणा पैंदा है। तो जिस वक्त ये आत्मा खड़ी हो जाती है, एक कदम पुट्टण के काबिल हो जाती है, फिर ये हालत थोड़ी जी बदलती देखता है। कई बारी मन में ऐसिया गल्लां आ जांदियां हैं जिन्हां नाल ये पता लगता है भाई मैं हुण गुरमुख हो गया, मैं हुण चंगा हो गया हाँ। पर नहीं नहीं, ये गल नहीं। जब तक दुनिया दीयां ख्वाहिशात अंदर बैठियां हैं, सच्चा सुच्चा ध्यान होके उस पासे हल नहीं जुड़िया, उन्ना चिर तक अपने कच्चे पक्के की कोई तमीज नहीं हुंदी कि अजे मैं कच्चा हाँ कि पक्का। रोज जपजी साहब का असीं पाठ करते हाँ, कच पकाई ओथे पाए, नानक गया जापे जाए। कहते जिस वक्त अंदर जाता है उस वक्त पता लगता है कि हाय है मेरा तो फलाना काम रह गया सी, मैं तो हुण अंदर नूं तुरया जा रहा है। एकदम शब्द झटका मार के कहता जा दफा हो, अजे नहीं तू अंदर जान दे काबिल नहीं। तो निक्की जी गल हाय हाय मेरा पोतरा बीमार सी, मैं ਉਹਦੇ वास्ते दवाई लियानी सी, ये मन ਇਹੋ ਜਿਹੇ कल्प उठाउंदा है, शब्द झटक के जिस तरह बिजली झटके थले सुट दिंदी है, इस तरह सुट दिंदा है। तो उत्थे पता लगता है कि मैं कच्चा हाँ कि पक्का हाँ। बाहर बन के महात्मा भरोसा कर लेना कि मैं महात्मा बन गया है, ये बड़ी भारी गलतफहमी है। तो अज गुरु रामदास जी महाराज उस शब्द के दूसरा पड़ा, जिसको दूसरी लाम कह लो, दूसरी लिव कह लो, दूसरा प्यार आत्मा का कह लो, उसका जिक्र कर रहे हैं। ये आत्मा बाहर के परहेज रख के, शराबा छड्ड के, कबाब छड्ड के, सच्चा इखलाक रख के, नाम की कमाई करके और जुगती का जीवन जी के, प्यार के नाल जिस वक्त रूह सिमट के अखां दे पिछे आके खड़ी होती है, तो उस मौके उत्ते बाहर दे गुरु की ड्यूटी खत्म हो जाती है। बाहर दे गुरु जिहड़ा श्री गुरुदेव है उसकी ड्यूटी खत्म हो गई, अगे सतगुर प्रगट हो गया। सतगुर किथे प्रगट होया? इस देह के अंदर प्रगट होया। बाणी कहती है सतगुर शब्द स्वरूप है, जिसका आद न अंत, देही माहे दर्श है, निश्चय माने संत। अगर उसका दर्शन करना है वो देही तो बाहर नहीं हो सकता, सतगुर का दर्शन देह के अंदर होएगा। फिर स्वामी जी महाराज भी लिखते हैं सतगुर शब्द स्वरूप है, रहे अर्श मंजार। ये हिस्सा अर्श है, पहला पड़ा इत्थे रहिंदा है। कहते तू भी सुरत स्वरूप है, कर प्रीत प्यार, तू भी सुरत है, तू भी देह नहीं है, सच्ची प्रीत प्यार कर और उस सतगुर नूं अंदर प्रगट कर ले, तेरा काम इसे आउण दा मनोरथ जिहड़ा है पूरा हो जाए। अब आत्मा पहले गुरु के हाथ चों निकल गई है, हुण दूसरे गुरु के हाथ में आ गई है। जिस वक्त दूसरे गुरु के हाथ च आउंदी है, अंदर उसका जलाल देखती है, फिर कभी जो बाहर आती है तो वो फिर कदों साथ छड़ता है। देश रूप का जो मर्जी दर्शन करो, पर वो जंगलों च भी दर्शन दिंदा है, पहाड़ों च भी दर्शन दिंदा है, जर्रे जर्रे तुलके तुलके दे विच उसका ज़हूर नजर आता है। ऐ माइक मेरे सामने है पिया, इस दृष्टि नाल मैं देखा है माइक है, इसको देखते देखते गुरु का ख्याल आ गया ये माइक नहीं रहा, ये गुरु का स्वरूप बन गया और ये गल्लां होनियां शुरू हो जाती हैं। कितनी उच्ची अवस्था है, कितनी उच्ची चीज है। जब देखो
ਗੁਰੂ ਨੂੰ ਉਸੇ ਵਕਤ ਹਾਜ਼ਰ ਕਰ ਲਓ, ਉਸੇ ਵਕਤ ਉਹਦੇ ਨਾਲ ਗੱਲਾਂ ਬਾਤਾਂ ਕਰ ਲਓ। ਇਹ ਕਿੰਨੀ ਉੱਚੀ ਅਵਸਥਾ ਹੈ। ਆਮ ਜਿੰਨਾ ਚਿਰ ਤੱਕ ਅਸੀਂ ਇਸ ਰਚਨਾ ਵਿੱਚ ਆਪਣਾ ਸੰਬੰਧ ਪਾ ਕੇ ਬੈਠੇ ਹੋਏ ਹਾਂ, ਇਸ ਕਹਾਣੀ ਨੂੰ ਅਸੀਂ ਬਾਹਰ ਸਮਝ ਨਹੀਂ ਸਕਦੇ। ਤਾਂ ਗੁਰੂ ਸਾਹਿਬ ਸਾਨੂੰ ਕਹਿੰਦੇ ਹਨ ਕਿ ਅਬ ਰੂਹ ਜਿਹੜੀ ਹੈ ਸੀ ਇਸ ਦੁਨੀਆ ਦੇ ਵਿੱਚੋਂ ਨਿਕਲ ਕੇ ਸ੍ਰੀ ਗੁਰਦੇਵ ਦੇ ਬਲ ਨਾਲ ਉਸ ਦੀ ਦੱਸੀ ਜੁਗਤੀ ਅਨੁਸਾਰ, ਦੱਸਿਆ ਪਰਹੇਜ਼ਾਂ ਅਨੁਸਾਰ ਆਪਣੇ ਜੀਵਨ ਨੂੰ ਬਦਲ ਕੇ ਨਾਮ ਦੀ ਕਮਾਈ ਕਰਕੇ, ਸ਼ਬਦ ਦੀ ਕਮਾਈ ਕਰਕੇ ਜਦ ਦੇਹ ਨੂੰ ਸਿਮਟ ਕੇ ਅੱਖਾਂ ਦੇ ਉੱਤੇ ਆਈ ਤਾਂ ਕਹਿੰਦੇ ਸਤਿਗੁਰ ਮਿਲ ਗਿਆ। ਸਤਿਗੁਰ ਮਿਲ ਗਿਆ। ਔਰ ਜਦ ਸਤਿਗੁਰ ਮਿਲ ਗਿਆ ਕਹਿੰਦੇ ਨੇ ਫਿਰ ਉੱਥੇ ਜਾ ਕੇ ਇਹਦੀ ਅਵਸਥਾ ਹੋਰ ਬਦਲ ਗਈ। ਇੱਥੇ ਤੇ ਤੁਹਾਨੂੰ ਸਾਨੂੰ ਪਲ ਪਲ ਵਿੱਚ ਦੁਨੀਆ ਦੇ ਡਰ ਔਰ ਭੈ ਸਤਾਉਂਦੇ ਰਹਿੰਦੇ ਹਨ। ਕਿਸੇ ਨੂੰ ਮੁਕੱਦਮੇ ਦਾ ਫਿਕਰ ਲੱਗਾ ਹੋਇਆ ਹੈ, ਕਿਸੇ ਦਾ ਪੁੱਤ ਬਿਮਾਰ ਹੈ ਉਹਨੂੰ ਉਹਦਾ ਡਰ ਖਾਣ ਡਿਆ ਹੈ, ਕਿਸੇ ਨੇ ਕਰਜ਼ਾ ਦੇਣਾ ਹੈ ਉਹ ਉਸ ਚਿੰਤਾ ਵਿੱਚ ਗ੍ਰਸਿਆ ਹੋਇਆ ਹੈ। ਇੱਥੇ ਤਾਂ ਸਾਡਾ ਸਾਰਾ ਜੀਵਨ ਭੈ ਨਾਲ ਔਰ ਡਰ ਨਾਲ ਭਰਿਆ ਪਿਆ ਹੈ। ਜਿਸ ਵਕਤ ਇਹ ਜੀਵ ਉੱਥੇ ਆਤਮਾ ਜਾਂਦੀ ਹੈ, ਸਭ ਤੋਂ ਪਹਿਲਾਂ ਇਸ ਤੇ ਕੀ ਹਾਲਤ ਹੁੰਦੀ ਹੈ? ਇਹ ਨਿਰਭੈ ਹੋ ਜਾਂਦੀ ਹੈ। ਮੌਤ ਦਾ ਵੱਡਾ, ਸਭ ਤੋਂ ਵੱਡਾ ਗਮ ਦੁਨੀਆ ਉੱਤੇ ਮੌਤ ਦਾ ਹੈ। ਜਿਸ ਵਕਤ ਇਸ ਦੇਹ ਚੋਂ ਨਿਕਲ ਕੇ ਇੱਥੇ ਆ ਕੇ ਖੜੀ ਹੁੰਦੀ ਹੈ, ਆਪਣਾ ਸਰੀਰ ਸਾਹਮਣੇ ਪਿਆ ਨਜ਼ਰ ਆਉਂਦਾ ਹੈ, ਸੋਚਦੀ ਹੈ ਹਾਏ ਹਾਏ ਮੈਂ ਇਹਦੇ ਵਿੱਚ ਸਾਂ। ਫਿਰ ਸਰੀਰ ਨੂੰ ਦੇਖ ਕੇ ਪੈ ਆਉਂਦਾ ਹੈ, ਆਪਣੇ ਸਰੀਰ 'ਚ ਮੁੜ ਕੇ ਵੜਨ ਨੂੰ ਜੀ ਨਹੀਂ ਕਰਦਾ। ਉੱਥੋਂ ਦੇ ਖਿਆਲਾਤ ਸੁੱਚੇ, ਉੱਥੋਂ ਦੀ ਰਹਿਣੀ ਉੱਚੀ, ਉੱਥੋਂ ਦੀਆਂ ਚੀਜ਼ਾਂ ਉੱਚੀਆਂ। ਜਦੋਂ ਠਾਕਰ ਸਿੰਘ ਨੂੰ ਹਜ਼ੂਰ ਅੰਦਰ ਲੈ ਗਏ, ਐਉਂ ਅੰਗੂਠੇ ਦਾ ਹੱਥ ਰੱਖ ਕੇ ਖਿਆਲ ਸਮਟਾ ਕੇ ਅੰਦਰ ਲੈ ਗਏ। ਪੁੱਛਦੇ ਨੇ ਸੁਣਾ ਠਾਕਰ ਸਿਆ, ਇਹ ਦੇਸ਼ ਚੰਗਾ ਹੈ ਕਿ ਉਹ ਦੇਸ਼ ਚੰਗਾ ਜਿੱਥੋਂ ਆਇਆ? ਕਹਿੰਦਾ ਸੱਚੇ ਪਾਤਸ਼ਾਹ ਕੀ ਪਤਾ ਸੀ ਬਈ ਇਹ ਦੇਸ਼ ਜਿਹੜਾ ਇਹੋ ਜਿਹਾ ਹੈ, ਜੇ ਇਹਦਾ ਪਤਾ ਲੱਗਦਾ ਤੇ ਮੈਂ ਕਦੀ ਉੱਥੇ ਨਾ ਰਹਿੰਦਾ। ਇਹ ਕਿੰਨਾ ਸੋਹਣਾ ਦੇਸ਼ ਹੈ। ਤਾਂ ਕਹਿੰਦੇ ਮੈਂ ਤੈਨੂੰ ਕਹਿੰਦਾ ਨਹੀਂ ਸੀ ਹੁੰਦਾ ਵੀ ਭਜਨ ਕਰ ਲੈ, ਭਜਨ ਕਰ ਲੈ। ਕਹਿੰਦੇ ਇਹੋ ਹੀ ਆਂਦੇ ਹੁੰਦੇ ਸੋ ਨਾ, ਭਜਨ ਕਰ ਲਾ, ਭਜਨ ਕਰ ਲਾ। ਜਿਸ ਤਰ੍ਹਾਂ ਅੱਜ ਅੰਗੂਠੇ ਨਾਲ ਐਉਂ ਕੀਤਾ, ਉਦਣ ਕਿਉਂ ਨਾ ਕੀਤਾ, ਕਸੂਰ ਤੇ ਸਾਰਾ ਹੀ ਤੁਹਾਡਾ ਹੈ। ਅੱਜ ਕੀਤਾ ਜੇ ਉਦਣ ਕਰ ਦਿੰਦੇ ਹੋ ਤੇ ਮੈਂ ਕਿਉਂ ਇਹ ਬਾਹਰ ਦੇ ਸਿਆਪਿਆਂ 'ਚ ਫਸਿਆ ਰਹਿੰਦਾ। ਸੋਚੇਗਾ ਤੋ ਅੰਦਰ ਦਾ ਦੇਸ਼ ਇੰਨਾ ਪਵਿੱਤਰ ਹੈ। ਔਰ ਦੂਸਰੀ ਚੀਜ਼ ਉੱਥੇ ਜਾ ਕੇ ਗੁਰੂ ਸਾਹਿਬ ਦੱਸਦੇ ਹਨ ਹਉਮੈ ਨਿਕਲ ਜਾਂਦੀ ਹੈ। ਜਦ ਉਸ ਦੇਸ਼ ਨਾਲ ਪਿਆਰ ਹੋ ਜਾਂਦਾ ਹੈ, ਉੱਧਰ ਰਹਿਣ ਲੱਗ ਪੈਂਦੇ ਹੈ, ਐਉਂ ਪਤਾ ਲੱਗਦਾ ਹੈ ਅਸੀਂ ਆਪਣੇ ਘਰ ਆ ਗਏ ਹਾਂ। ਉੱਥੇ ਤਾਂ ਪ੍ਰਾਹੁਣੇ ਬਣ ਕੇ ਗਏ ਹੋਏ ਸਨ ਚੰਦ ਦਿਨ ਦੇ ਵਾਸਤੇ। ਜਿਸ ਤਰ੍ਹਾਂ ਪ੍ਰਾਹੁਣਾ ਕਿਸੇ ਦੇ ਘਰ ਚਲੀ ਜਾਂਦਾ ਹੈ, ਲੱਖ ਵਾਰੀ ਉਸ ਦਾ ਜਿਹੜਾ ਪ੍ਰਾਹੁਣਾ ਚਾਰ ਹੋਵੇ ਉਹਨੂੰ 20 ਵਾਰੀ ਆਖੇ ਵੀ ਇਹ ਤੇਰਾ ਹੀ ਘਰ ਹੈ, ਤੇਰੇ ਧੀਆਂ ਪੁੱਤ ਹੈ, ਸਭ ਕੁਝ ਤੇਰਾ ਹੀ ਹੈ, ਅਸੀਂ ਤੇਰਾ ਹੀ ਖਾਣ ਡਏ ਹਾਂ। ਉਹਦੇ ਮਨ 'ਚ ਵਿਸ਼ਵਾਸ ਨਹੀਂ ਬਚਦਾ। ਕਹਿੰਦਾ 2 ਦਿਨ ਹੀ ਇਹ ਆਖਣਾ ਹੈ, ਤੀਜੇ ਦਿਨ ਇਹਨੂੰ ਧੱਕਾ ਦੇ ਕੇ ਬਾਹਰ ਕੱਢ ਦੇਣਾ ਹੈ। ਤਾਂ ਜਿਸ ਤਰ੍ਹਾਂ ਪ੍ਰਾਹੁਣਾ ਉਹ ਆਪ ਪਰਾਏ ਘਰ ਨੂੰ ਆਪਣਾ ਘਰ ਭਾਵੇਂ ਕਿੰਨਾ ਕੋਈ ਕਹਿ ਉਹਦੇ ਅੰਦਰ ਸਿਦਕ ਨਹੀਂ ਆਉਂਦਾ। ਇਹ ਹਉਮੈ ਨਿਕਲ ਜਾਂਦੀ ਹੈ। ਐਸੀਆਂ ਰੂਹਾਂ ਜਿਹੜੀਆਂ ਅੰਦਰੋਂ ਹੋ ਕੇ ਬਾਹਰ ਆਉਂਦੀਆਂ ਹਨ, ਉਹਨਾਂ ਸਾਰੀਆਂ ਨੂੰ, ਉਹਨਾਂ ਨੂੰ ਸਭ ਕੁਝ ਪਰਾਇਆ ਨਜ਼ਰ ਆਉਂਦਾ ਹੈ। ਆਪਣੇ ਧੀਆਂ ਪੁੱਤ ਵੀ ਪਰਾਏ, ਆਪਣੇ ਮਕਾਨ ਹਵੇਲੀਆਂ ਵੀ ਪਰਾਈਆਂ, ਆਪਣੀਆਂ ਜਾਇਦਾਦਾਂ ਵੀ ਪਰਾਈਆਂ, ਆਪਣੇ ਦੋਸਤ ਮਿੱਤਰ ਵੀ ਪਰਾਏ, ਸਭ ਕੁਝ ਪਰਾਇਆ ਨਜ਼ਰ ਆਉਂਦਾ ਹੈ। ਜਦ ਪਰਾਇਆ ਨਜ਼ਰ ਆਉਂਦਾ ਹੈ, ਮੋਹ ਨਿਕਲ ਜਾਂਦਾ ਹੈ। ਜਦ ਮੋਹ ਨਿਕਲ ਜਾਂਦਾ ਹੈ, ਆਤਮਾ ਨੂੰ ਬਾਹਰ ਰੋਕਣ ਵਾਲੀ ਕੋਈ ਚੀਜ਼ ਸੰਸਾਰ ਤੇ ਨਹੀਂ ਰਹਿ ਜਾਂਦੀ। ਔਰ ਕਹਿੰਦੇ ਨੇ ਕਾਮ ਨਿਕਲ ਜਾਂਦਾ ਹੈ, ਹਉਮੈ ਨਿਕਲ ਜਾਂਦੀ ਹੈ, ਅੰਦਰ ਭੈ ਨਿਕਲ ਜਾਂਦਾ ਹੈ, ਮੌਤ ਦਾ ਗਮ ਜਿਹੜਾ ਹੈ ਖਤਮ ਹੋ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ ਹਨ ਜਿਸ ਮਰਨੇ ਤੇ ਸਭ ਜਗ ਤਰਾਸਿਆ, ਜਿਸ ਮੌਤ ਤੋਂ ਸਾਰਾ ਸੰਸਾਰ ਭੈ ਖਾਣ ਡਿਆ ਹੈ, ਜੇ ਇਹ ਅੰਦਰ ਆਉਣ ਜਾਣ ਲੱਗ ਪਾਏ, ਮੌਤ ਦਾ ਇਹਨੂੰ ਮਾਸਾ ਗਮ ਨਹੀਂ ਰਹਿੰਦਾ। ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ। ਉਸ ਮੌਤ ਦਾ ਭੈ ਦਾ ਜਿਹੜਾ ਹੈ, ਭੇਦ ਜਿਹੜਾ ਹੈ, ਜਦ ਸ਼ਬਦ ਨਾਲ ਜੁੜਿਆ ਸਭ ਕੁਝ ਖੁੱਲ ਗਿਆ। ਤਾਂ ਗੁਰੂ ਸਾਹਿਬ ਦੱਸਦੇ ਹਨ ਇਸ ਵਕਤ ਜਦੋਂ ਸਤਿਗੁਰ ਪ੍ਰਗਟ ਹੋਇਆ, ਇਸ ਦੇਸ਼ ਵਿੱਚ ਜਿੱਥੇ ਮਾਇਆ ਔਰ ਸ਼ਬਦ ਦਾ ਸਾਵਾਂ ਜ਼ੋਰ ਹੈ, ਇੱਥੇ ਮਾਇਆ ਪ੍ਰਗਟ ਹੈ, ਸ਼ਬਦ ਗੁਪਤ ਹੈ। ਜਿਸ ਮੰਜ਼ਲ ਦਾ ਇਹ ਹਾਲ ਦੱਸ ਰਹੇ ਹਨ, ਉੱਥੇ ਸ਼ਬਦ ਔਰ ਮਾਇਆ ਬਰਾਬਰ ਹੈ। ਜੇ ਸ਼ਬਦ ਨਾਲ ਸੰਬੰਧ ਹੈ ਤਾਂ ਇਹ ਆਤਮਾ ਹੋਰ ਉੱਪਰ ਨੂੰ ਜਾਂਦੀ ਹੈ,
ਮਿਰਚ ਨਾਲ ਸੰਬੰਧ ਹੈ, ਉੱਥੋਂ ਦੇ ਦੇਸ਼ ਦੇਖਦੀ ਹੈ, ਉੱਥੋਂ ਦੀ ਖੂਬਸੂਰਤੀ ਨੂੰ ਦੇਖ ਕੇ ਰੁਕ ਜਾਂਦੀ ਹੈ। ਜਦ ਉਹ ਦੇਸ਼ ਭੁੱਲ ਦੇਖਦੀ ਹੈ, ਸ਼ਬਦ ਵਿਸਰਦਾ ਹੈ। ਜਦ ਸ਼ਬਦ ਨੂੰ ਯਾਦ ਕਰਦੀ ਹੈ, ਉਹ ਦੇਸ਼ ਵਿਸਰ ਜਾਂਦਾ ਹੈ। ਸ਼ੀਸ਼ਾ ਜਿਹੜਾ ਹੈ, ਜਿਸ ਵਿੱਚ ਅਸੀਂ ਮੂੰਹ ਦੇਖਦੇ ਹਾਂ, ਉਹਦੇ 'ਚ ਵੀ ਦੋ ਢੰਗ ਨਾਲ ਅਸੀਂ ਦੇਖਦੇ ਹਾਂ। ਜਿਸ ਵਕਤ ਸ਼ੀਸ਼ਾ ਦੇਖਦੇ ਹਾਂ ਇਸ ਮਕਸਦ ਲਈ ਵੀ ਸਾਨੂੰ ਮੂੰਹ ਦਿਸੇ, ਉਹਦੇ ਵਿੱਚੋਂ ਸਾਨੂੰ ਮੂੰਹ ਦਿਸਦਾ ਹੈ, ਸ਼ੀਸ਼ਾ ਨਹੀਂ ਦਿਸਦਾ। ਤੇ ਜਦੋਂ ਅਸੀਂ ਇਹ ਦੇਖਦੇ ਹਾਂ ਵੀ ਇਹ ਸ਼ੀਸ਼ੇ ਦੀ ਟੁਕੜੀ ਚੰਗੀ ਹੈ, ਇਹ ਸ਼ੀਸ਼ਾ ਅਸਲ ਹੈ, ਇਹ ਨਾਕਸ ਤੇ ਨਹੀਂ, ਇਹ ਚੰਗਾ ਹੈ, ਉਸ ਵਕਤ ਸ਼ੀਸ਼ੇ ਨੂੰ ਦੇਖ ਰਹੇ ਹੁੰਦੇ ਉਹਨਾਂ ਅੱਖਾਂ ਨਾਲ, ਉਦੋਂ ਸ਼ੀਸ਼ਾ ਦਿਸਦਾ ਹੈ, ਮੂੰਹ ਨਹੀਂ ਦਿਸਦਾ। ਬਸ ਇੰਨਾ ਹੀ ਫਰਕ ਜੇ ਸਾਰਾ। ਤੋ ਉੱਥੇ ਜਾ ਕੇ ਜਿਸ ਵਕਤ ਆਤਮਾ ਅੰਦਰ ਦਾ ਹਾਲ ਦੇਖਦੀ ਹੈ, ਫਿਰ ਉਸ ਦੀ ਨਜ਼ਰ ਜਿਹੜੀ ਹੈ ਇੱਥੇ ਪਰੋਖੀ ਹੋ ਜਾਂਦੀ ਹੈ ਔਰ ਉਸ ਦੀ ਹਾਲਤ ਬਦਲ ਜਾਂਦੀ ਹੈ। ਹੁਣ ਗੁਰੂ ਸਾਹਿਬ ਅੱਗੇ ਸਮਝਾਉਣ ਲੱਗੇ ਨੇ, ਸਤਿਗੁਰ ਉੱਥੋਂ ਇਸ ਨੂੰ ਨਾਲ ਲੈ ਲੈ ਕੇ ਉਸ ਸੂਖਸ਼ਮ ਮੰਡਲ ਚੋਂ ਅੱਗੇ ਤੁਰਦਾ ਹੈ। ਕੀ ਕੁਛ ਇਸ ਨਾਲ ਵਾਪਰਦਾ ਹੈ, ਕੀ ਇਹਦੀ ਹਾਲਤ ਬਦਲਦੀ ਹੈ, ਉਹ ਗੁਰੂ ਰਾਮਦਾਸ ਜੀ ਬਿਆਨ ਕਰਨ ਲੱਗੇ। ਮੇਰੇ ਪਾਉ ਪੈ ਮਨ ਹੋਏ ਹੋ ਮੈਂ ਗਵਾਇਆ ਬਲਰਾਮ ਜੀਓ, ਮੇਰੇ ਮਾਲੇ ਪਾਉ ਪਾਇਆ ਹਰ ਗੁਣ ਗਾਇਆ, ਹਰ ਵੇਖੈ ਰਾਮ ਹਦੂਰੇ। ਕਹਿੰਦੇ ਇੱਥੇ ਜਿੰਨਾ ਵੀ ਸਾਨੂੰ ਭੈ ਹੈ, ਉਸ ਮਾਲਕ ਦਾ ਡਰ ਹੈ, ਸਿਰਫ ਇਸ ਖਾਤਰ ਹੈ ਕਿ ਅਸੀਂ ਦੁੱਖਾਂ ਤੋਂ ਨਿਜਾਤ ਕਰੀਏ, ਕੋਈ ਸਾਡੇ ਤੇ ਦੁੱਖ ਦਾ ਪਹਾੜ ਨਾ ਟੁੱਟ ਪਏ। ਇਹ ਭਾਵ ਜਿਹੜਾ ਹੈ ਸਾਡੇ ਅੰਦਰ ਮਲ ਨਾਲ ਭਰਿਆ ਹੋਇਆ ਹੈ, ਮੈਲਾ ਹੈ। ਕਹਿੰਦੇ ਉੱਥੇ ਨਿਰਮਲ ਭੈ ਜਿਹੜਾ ਹੈ ਉਹ ਇਹਨਾਂ ਦੁਨੀਆ ਦੇ ਦੁੱਖਾਂ ਵੱਲ ਧਿਆਨ ਨਹੀਂ ਹੈ। ਆ ਜਿੰਨੀਆਂ ਅਰਦਾਸਾਂ ਕਰਦੇ ਹਾਂ ਅਸੀਂ ਸਿਰਫ ਉਸ ਭੈ ਤੋਂ ਡਰ ਕੇ ਕਰਦੇ ਹਾਂ, ਇਹ ਮਾਲਕਾ ਸਾਨੂੰ ਇਸ ਵਪਾਰ 'ਚ ਘਾਟਾ ਨਾ ਪੈ ਜਾਏ, ਇਹ ਮਾਲਕਾ ਸਾਡਾ ਪੁੱਤਰ ਬਿਮਾਰ ਹੋਇਆ ਕਿਤੇ ਇਹ ਚੋਲਾ ਨਾ ਛੱਡ ਜਾਵੇ। ਇਸ ਭੈ ਦੇ ਵਿੱਚ ਅਸੀਂ ਮਾਲਕ ਨੂੰ ਯਾਦ ਕਰਦੇ ਹਾਂ। ਇਹ ਭੈ ਨਿਰਮਲ ਨਹੀਂ ਹੈ, ਉਹ ਭੈ ਨਿਰਮਲ ਅੰਦਰ ਮਿਲਦਾ ਹੈ, ਉਹ ਨਿਰਮਲ ਪਿਆਰ ਮਿਲਦਾ ਹੈ, ਅੰਦਰ ਮਿਲਦਾ ਹੈ, ਜਿਹਦੇ 'ਚ ਇਹੋ ਹੀ ਲਾਲਸਾ ਹੁੰਦੀ ਹੈ ਭਈ ਹਾਏ ਮੇਰਾ ਪਿਆਰਾ ਹੁਣ ਮੈਨੂੰ ਮਿਲ ਗਿਆ ਹੈ, ਕਿਤੇ ਇਹ ਨਾ ਵਿਛੜ ਜਾਏ, ਉਹਦੇ ਪਾਸੋਂ ਹੋਰ ਕੋਈ ਮੰਗ ਨਹੀਂ ਹੈ। ਤਾਂ ਕਹਿੰਦੇ ਨੇ ਜਦ ਉਹ ਨਿਰਮਲ ਭਾਵ ਅੰਦਰ ਪੈਦਾ ਹੋਇਆ, ਕਹਿੰਦੇ ਨੇ ਹਰ ਗੁਣ ਜਿਹੜੇ ਹੈ ਸੀ ਇਹ ਆਤਮਾ ਜਿਹੜੀ ਸੀ ਅੰਦਰ ਗਾਉਣ ਲੱਗ ਪਈ। ਔਰ ਕੀ ਦੇਖਦੀ ਹੈ, ਜਿਸ ਪਰਮੇਸ਼ਰ ਨੂੰ ਮੱਥੇ ਮਾਰ ਕੇ ਟੱਕਰਾਂ ਮਾਰ ਕੇ ਬਾਹਰ ਲੱਭਦੀ ਰਹੀ, ਉਹ ਪਰਮੇਸ਼ਰ ਤੇ ਭਰਪੂਰ ਹੈ, ਸਾਹਮਣੇ ਬੈਠਾ ਨਜ਼ਰ ਆਉਂਦਾ ਹੈ। ਉਹੀ ਮਹਾਤਮਾ ਜਦ ਅੰਦਰੋਂ ਬਾਹਰ ਆਉਂਦੇ ਹਨ, ਬਾਹਰ ਆ ਕੇ ਵੀ ਉਸ ਪਰਮਾਤਮਾ ਦਾ ਜ਼ਹੂਰ ਉਸੇ ਤਰ੍ਹਾਂ ਹੀ ਇਸ ਸੰਸਾਰ 'ਚ ਨਜ਼ਰ ਆਉਂਦਾ ਹੈ। ਥਾਂ ਤੇ ਉਹ ਮਾਲਕ ਦਿਸਦਾ ਹੈ। 12ਵਾਂ 'ਚ ਅਸੀਂ ਪੜ੍ਹਦੇ ਹਾਂ, ਗੁਰੂ ਅਰਜਨ ਦੇਵ ਜੀ ਮਹਾਰਾਜ ਲਿਖਦੇ ਹਨ, ਜਲ ਥਲ ਮਈਲ ਪੂਰਿਆ ਰਵਿਆ ਵਿੱਚ ਬਣਾ। ਇਹ ਲੋਕੋ ਮੈਂ ਦੇਖਦਾ ਹਾਂ ਉਹ ਤੇ ਜਲ ਵਿੱਚ ਵੀ ਸਮਾਇਆ ਹੋਇਆ ਹੈ, ਥਲ ਵਿੱਚ ਵੀ ਸਮਾਇਆ ਹੋਇਆ ਹੈ, ਇਸ ਧਰਤੀ ਦੇ ਮੈਦਾਨਾਂ ਵਿੱਚ ਵੀ ਉਹ ਰਹਿ ਰਿਹਾ ਹੈ। ਔਰ ਕਹਿੰਦੇ ਨੇ ਪਾਤਾਲ ਵਿੱਚ ਵੀ ਉਹੋ ਹੀ ਹੈ, ਔਰ ਪਲਾਂ ਵਿੱਚ, ਪਹਾੜਾਂ ਵਿੱਚ ਔਰ ਜੰਗਲਾਂ ਵਿੱਚ ਵੀ ਉਹੀ ਹੈ। ਜਲ ਥਲ ਮਈਲ ਪੂਰਿਆ ਰਵਿਆ ਵਿੱਚ ਬਣਾ। ਕਹਿੰਦੇ ਤੁਸੀਂ ਕਹਿੰਦੇ ਸਾਨੂੰ ਦਿਸਦਾ ਨਹੀਂ, ਸੋ ਪ੍ਰਭ ਚਿਤ ਨਾ ਆਵੀ ਕਿਤੜਾ ਦੁੱਖ ਗਣਾ। ਲੋਕੀ ਇਹ ਕਹਿੰਦੇ ਸਾਨੂੰ ਉਹ ਨਜ਼ਰ ਨਹੀਂ ਆਉਂਦਾ, ਕਿਤੇ ਦੁੱਖ ਦੀ ਗੱਲ ਹਾਏ ਹਾਏ, ਇਹਨਾਂ ਨੂੰ ਉਹ ਅੱਖਾਂ ਮਿਲ ਜਾਣ, ਇਹਨਾਂ ਨੂੰ ਹੋਸ਼ ਆ ਜਾਵੇ ਵੀ ਉਹ ਹੈ। ਫਿਰ ਇੱਕ ਮਹਾਤਮਾ ਲਿਖਦਾ ਹੈ, ਪਾਣੀ में मीन प्यासी मुझ देखत आवे हांसी। मच्छी पानी में रहती है और फिर शिकायत करती है कि हाय हाय मैं तिहाई मर गई, किते पानी है तो दस पाओ। असी परमात्मा अंदर बैठे हुए हाँ, परमात्मा साढ़े अंदर बैठा है, लेकिन इस चीज का भेद पहले स्थान से जाके खुल जाता है, उत्थे पता लग जाता है। तो कहते ओ राम, जिस राम की मिलन ਲਈ ਸਾਡੇ ਦਿਲ 'ਚ ਤੜਪ ਨਾ ਲੱਗੀ ਪਈ ਸੀ, ਉਹ ਦੇਖਦੇ ਹੋ ਤੇ ਸਾਡੇ ਨੇੜੇ ਬੈਠਾ, ਸਾਡੇ ਸਾਹਮਣੇ ਬੈਠਾ। ਆਤਮਾ ਨੂੰ ਅਪਾਰ ਖੁਸ਼ੀ ਹੁੰਦੀ ਹੈ। ਇੱਥੋਂ ਦੀ ਹਾਲਤ ਨਾਲੋਂ ਬਿਲਕੁਲ ਅੰਦਰ ਮੁਖਤਲਿਫ ਹਾਲਤ ਹੁੰਦੀ ਹੈ। ਇੱਥੇ ਤਾਂ
ਅਸੀਂ ਛੋਟੀ ਫੜ ਕੇ ਟੋ ਕੇ ਤੁਰਦੇ ਹਾਂ ਵੀ ਕਿਤੇ ਡਿੱਗ ਪਾਵਾਂਗੇ ਤਾਂ ਲੱਤ ਨਾ ਟੁੱਟ ਜਾਏ, ਸੱਟ ਨਾ ਲੱਗ ਜਾਏ, ਕਿਸੇ ਕੋਠੇ ਤੋਂ ਡਿੱਗ ਪਈਏ ਤੇ ਕਿਸੇ ਸਾਲ ਲੱਤ ਨਾ ਟੁੱਟ। ਇਹੋ ਹੀ ਖਿਆਲ ਜਦੋਂ ਅੰਦਰ ਜਾਂਦਾ ਹੈ, ਅੰਦਰ ਦੀਆਂ ਚੀਜ਼ਾਂ ਦੇਖ ਕੇ ਭੈ ਮਨ 'ਚ ਉਹੋ ਹੀ ਬਾਹਰ ਵਾਲਾ ਆਉਂਦਾ ਹੈ ਵੀ ਹਾਏ ਪਹਾੜ ਤੇ ਚੜ੍ਹੇ ਆ ਕਿਤੇ ਥਾਂ ਹੀ ਨਾ ਡਿੱਗ ਪਾਵਾਂ। ਪਰ ਜਦੋਂ ਉੱਥੇ ਰੂਹਾਂ ਦੂਜੀਆਂ ਸਫ਼ਰ ਕਰਦੀਆਂ ਹਨ, ਉੱਡਦੀਆਂ ਹਨ, ਉਹ ਵੀ ਨਿਸ਼ਚਾ ਜਾਂਦਾ ਵੀ ਮੈਂ ਵੀ ਇਸ ਤਰ੍ਹਾਂ ਕਰ ਸਕਦੀ ਹਾਂ। ਉੱਥੇ ਨਾ ਡਿੱਗਣ ਦੀ ਸੱਟ ਲੱਗਦੀ ਹੈ, ਨਾ ਉੱਠਣ 'ਚ ਬਲ ਲੱਗਦਾ ਹੈ, ਨਾ ਉੱਥੇ ਖਾਣ ਦੀ ਲੋੜ ਪੈਂਦੀ ਹੈ, ਨਾ ਉੱਥੇ ਪੀਣ ਦੀ। ਖਿਆਲ ਪਿੱਛੋਂ ਕਰੋ, ਉਹ ਚੀਜ਼ ਦਾ ਰਸ ਔਰ ਤ੍ਰਿਪਤੀ ਜਿਹੜੀ ਹੈ ਪਹਿਲਾਂ ਅੰਦਰ ਆ ਜਾਂਦੀ ਹੈ। ਗੱਲ ਕਰਨ ਦੀ ਲੋੜ ਨਹੀਂ, ਹਰ ਇੱਕ ਨੂੰ ਅਸੀਂ ਦੇਖ ਸਕਦੇ ਹਾਂ ਵੀ ਇਹ ਕਿਹੜੇ ਕਿਹੜੇ ਗੁਨਾਹ ਔਰ ਪਾਪ ਕਰਕੇ ਆਇਆ ਹੈ। ਬਾਹਰ ਦੇਹ ਦਾ ਪਰਦਾ ਪਿਆ ਹੈ। ਮੈਂ ਮਹਾਤਮਾ ਬਣ ਕੇ ਅਗਰ ਤੁਹਾਨੂੰ ਦਿਖਾਈ ਦਿੰਦਾ, ਕੀ ਪਤਾ ਮੈਂ ਅੰਦਰੋਂ ਕਿੰਨਾ ਕੁ ਪਾਪੀ ਔਰ ਗੁਨਾਹਗਾਰ ਹਾਂ ਔਰ ਇਸ ਪਰਦੇ ਥੱਲੇ ਲੁਕਿਆ ਪਿਆ। ਉੱਥੇ ਦੇਹ ਸਾਹਮਣੇ ਆਉਂਦੀ ਹੈ ਸ਼ੀਸ਼ੇ ਦੇ ਗਲਾਸ ਵਾਂਗੂ, ਜੋ ਕੁਛ ਅੰਦਰ ਹੈ ਹਰ ਇੱਕ ਦੇਖ ਲੈਂਦਾ ਵੀ ਤੇਰੇ ਅੰਦਰ ਆ ਹੈ, ਤੇਰੇ ਅੰਦਰ ਹੈ। ਉੱਥੇ ਗਵਾਹੀ ਦੀ ਲੋੜ ਕੋਈ ਨਹੀਂ ਹੈ, ਉੱਥੇ ਸਭ ਕੁਛ ਪਤਾ ਲੱਗ ਜਾਂਦਾ। ਫਿਰ ਉੱਥੇ ਰੂਹ ਸ਼ਰਮਸਾਰ ਹੁੰਦੀ ਹੈ। ਉੱਥੇ ਤਾਂ ਮੈਂ ਮਹਾਤਮਾ ਬਣਿਆ ਫਿਰ ਦੱਸਾਂ, ਉੱਥੇ ਛਿਪੀਆਂ ਦਿੰਦੇ ਹਨ, ਆਪ ਕਰਮ ਕਰਕੇ ਆਇਆ ਹੈ, ਦੇਖ ਤੂੰ ਕੀ ਕੁਛ ਕਰਦਾ ਹੈ। ਉੱਥੇ ਸੱਚਾ ਭੈ ਜਿਹੜਾ ਹੈ ਇਸ ਜੀਵ ਦੇ ਅੰਦਰ ਪੈਦਾ ਹੁੰਦਾ। ਉਸ ਦੇਸ਼ ਦਾ ਕੀ ਹਾਲ ਬਿਆਨ ਕੀਤਾ ਜਾਵੇ, ਜਿਹੜੀਆਂ ਰੂਹਾਂ ਅੰਦਰ ਜਾਂਦੀਆਂ ਹਨ ਉਹ ਹੀ ਉਸ ਨੂੰ ਅੱਛੀ ਤਰ੍ਹਾਂ ਦੇਖ ਸਕਦੀਆਂ ਹਨ, ਦੂਸਰੀਆਂ ਨਹੀਂ। ਤਾਂ ਫਿਰ ਕੀ ਕਹਿੰਦੇ ਅੱਗੇ ਸੁਣੋ। ਮੇਰੇ ਮਨ ਪਾਓ ਪਾਇਆ ਹਰ ਗੁਣ ਗਾਇਆ, ਹਰ ਵੇਖੈ ਰਾਮ ਹਦੂਰੇ, ਹਰ ਆਤਮ ਰਾਮ ਪਸਾਰਿਆ, ਸੁਆਮੀ ਸਰਬ ਰਹਾ ਪਰ ਪੂਰੇ, ਅੰਦਰ ਬਾਹਰ ਹਰ ਪ੍ਰਭ ਏਕੋ, ਮਿਲ ਹਰ ਜਨ ਮੰਗਲ ਗਾਏ, ਜਨ ਨਾਨਕ ਦੂਜੀ ਲਾਵ ਚਲਾਈ, ਅਨਹਦ ਸ਼ਬਦ ਵਜਾਏ। ਇਹ ਦੂਜੀ ਲਾਮ ਜਿਹੜੀ ਹੈ, ਇਹ ਅਨਹਦ ਸ਼ਬਦ ਇੱਥੇ ਪ੍ਰਗਟ ਹੋ ਗਿਆ। ਉਹ ਸ਼ਬਦ ਜਿਹੜਾ ਇੱਕ ਵਾਰੀ ਪ੍ਰਗਟ ਹੋ ਕੇ ਫਿਰ ਉਹ ਸਾਥ ਨਹੀਂ ਛੱਡਦਾ। ਇੱਥੇ ਕਈ ਵਾਰੀ ਸਾਡੇ ਪਾਸੋਂ ਸ਼ਬਦ ਵਿਛੜ ਜਾਂਦਾ ਹੈ ਔਰ ਥੋੜਾ ਚਿਰ ਨਹੀਂ, ਮਹੀਨਿਆਂ ਬੱਧੀ ਵਿਛੜ ਜਾਂਦਾ ਹੈ। ਕਰਲੇ ਲੈਨੇ ਹਾਂ ਵੀ ਹਾਏ ਹਾਏ ਸ਼ਬਦ ਕਿਤੇ ਆ ਜਾਵੇ ਤਾਂ ਚੰਗੀ ਗੱਲਬਾਤ ਹੈ। ਜਿਨ ਸ਼ਬਦ ਦਾ ਰਸ ਲੈ ਲਿਆ ਹੈ, ਸ਼ਬਦ ਗਵਾਚ ਜਾਵੇ, ਤੁਸੀਂ ਦੇਖੋ ਅੰਦਰੋਂ ਕਿਸ ਤਰ੍ਹਾਂ ਖੁੱਸਿਆ ਫਿਰਦਾ ਹੈ। ਤੋਂ ਉੱਥੇ ਸ਼ਬਦ ਕਦੀ ਸਾਥ ਨਹੀਂ ਛੱਡਦਾ, ਦਿਨ ਰਾਤ ਸ਼ਬਦ ਪ੍ਰਗਟ ਰਹਿੰਦਾ ਹੈ। ਔਰ ਇੱਥੇ ਵੀ ਕਈਆਂ ਦੀ ਐਸੀ ਅਵਸਥਾ ਬਣ ਜਾਂਦੀ ਹੈ ਕਿ ਸ਼ਬਦ ਉਹਨਾਂ ਦਾ ਕਿਸੇ ਸਮੇਂ ਵੀ ਸਾਥ ਨਹੀਂ ਛੱਡਦਾ। ਬੈਠੇ ਗੱਲਾਂ ਕਰ ਰਹੇ ਹਨ, ਸ਼ਬਦ ਬਰਾਬਰ ਅੰਦਰ ਆਵਾਜ਼ ਦੇ ਰਿਹਾ ਹੈ। ਗੱਲਾਂ ਮੁੱਕਦੀਆਂ ਹੈ, ਸ਼ਬਦ 'ਚ ਖਿਆਲ ਚੱਲ ਜਾਂਦਾ ਹੈ। ਫਿਰ ਸੌਂਦੇ ਹਾਂ ਸ਼ਬਦ ਤਾਂ ਵੀ ਸੁਣਾਈ ਦਿੰਦਾ ਹੈ, ਜਾਗਦੇ ਹਾਂ ਸ਼ਬਦ ਤਾਂ ਵੀ ਸੁਣਾਈ ਦਿੰਦਾ ਹੈ। ਐਸੇ ਪੁਰਸ਼ ਜਿਹੜੇ ਹਨ ਬਾਹਰ ਬੈਠੇ ਵੀ ਐਸੇ ਮਿਲਦੇ ਹਨ ਜਿਨ੍ਹਾਂ ਦਾ ਸ਼ਬਦ ਕਦੀ ਸਾਥ ਨਹੀਂ ਛੱਡਦਾ। ਔਰ ਐਸੇ ਵੀ ਸਾਡੇ 'ਚ ਨਿਗਰੇ ਹੋਏ ਮਿਲਦੇ ਨੇ ਜਿਨ੍ਹਾਂ ਨੂੰ ਕਦੀ ਸ਼ਬਦ ਸੁਣਾਈ ਨਹੀਂ ਦਿੰਦਾ, ਐਸੇ ਵੀ। ਤੋ ਇਹ ਕਿਰਪਾ ਹੈ ਉਸ ਮਾਲਕ ਅਕਾਲ ਪੁਰਖ ਦੀ, ਵਾਹਿਗੁਰੂ ਦੀ, ਜਿਨ੍ਹਾਂ ਦੇ ਅੰਦਰ ਸ਼ਬਦ ਪ੍ਰਗਟ ਹੋ ਚੁੱਕਾ ਹੈ। ਇਹ ਬਾਹਰ ਲੋਕ ਜਿਹੜੇ ਮਾਲਾ ਦਾ ਆਸਰਾ ਲੈਂਦੇ ਨੇ, ਮਣਕੇ ਤੇ ਮਣਕਾ ਸੁੱਟਦੇ ਨੇ, ਇਹ ਸਿਰਫ ਬਾਹਰ ਦਾ ਸਿਮਰਨ ਬੰਨਣ ਵਾਸਤੇ ਮਾਲਾ ਪਹਿਨਦੇ ਨੇ। ਪੁੱਛਿਆ ਵੀ ਤੁਸੀਂ ਕਿਉਂ ਮਾਲਾ ਪਾਉਂਦੇ ਜੇ? ਕਹਿੰਦੇ ਇਸ ਵਾਸਤੇ ਵੀ ਗੱਲਾਂ ਕਰਦੇ ਸਿਮਰਨ ਭੁੱਲ ਜਾਂਦਾ ਹੈ ਨਾ, ਉਹ ਫਿਰ ਅਭਿਆਸ ਬਣਿਆ ਹੋਇਆ ਮਣਕਾ ਸੁੱਟਣ ਦਾ, ਚੇਤਾ ਆ ਜਾਂਦਾ ਉਹ ਮੈਂ ਤੇ ਵਾਹਿਗੁਰੂ ਕਹਿਣਾ ਸੀ, ਫਿਰ ਵਾਹਿਗੁਰੂ ਸ਼ੁਰੂ ਕਰ ਦਿੰਦੇ। ਉਹ ਮਾਲਾ ਚੇਤੇ ਕਰਾਉਂਦੀ ਹੈ। ਲੇਕਿਨ ਸੰਤਾਂ ਦਾ ਸਿਮਰਨ ਇਹ ਨਹੀਂ ਹੈ। ਸੰਤਾਂ ਦਾ ਸਿਮਰਨ ਸ਼ਬਦ ਹੈ। ਉਹ ਸ਼ਬਦ ਕਦੀ ਨੂੰ ਭੁੱਲਣ ਹੀ ਨਹੀਂ ਦਿੰਦਾ ਨਾਮ ਦੀ ਕਮਾਈ। ਤੋ ਗੁਰੂ ਸਾਹਿਬ ਇੱਥੇ ਕਹਿ ਰਹੇ ਹਨ ਦੂਸਰੀ ਲਾਭ ਦਾ ਔਰ ਦੂਸਰੇ ਦੇਸ਼ ਵਿੱਚੋਂ ਵਾਪਸ ਹੋ ਕੇ ਮੁੜਨ ਦਾ ਕੀ ਲਾਭ ਇਸ ਆਤਮਾ ਨੂੰ ਪਹੁੰਚਿਆ। ਕਹਿੰਦੇ ਹੁਣ ਇਹਦੇ ਪਾਸੋਂ ਸ਼ਬਦ ਨਹੀਂ ਵਿਸਰਦਾ, ਸ਼ਬਦ ਇਹਦਾ ਸਾਥ ਦਿੰਦਾ ਹੈ, ਸ਼ਬਦ ਇਹਦੇ ਨਾਲ ਰਹਿੰਦਾ ਹੈ।
चलता फिरदा इस दे अंदर खुशी शांति, इस दे अंदर प्यार, इस दे अंदर निर्मल भाव जिहड़ा है वो सदा टिकाने रखता है, सदा कायम रखता है। ये कोई खोटा कर्म नूं अंदरों जोर ला के दिल करने की भी कोशिश करे तो भी ये कामयाब नहीं हो सकता। उस शब्द की इन्नी ताकत है, इस शब्द दे विच इन्ना बल है। लेकिन असीं नाम लैके भी खोटे कर्म करते हैं, शराबां भी पींदे हैं, मांस भी खाते हैं। मेरा एक दोस्त मिल गया अमृतसर, वो सत्संगी सी, मैं देखिया तुरिया आउंदा, बड़े चिर पिछों मिलिया, मैं बड़े जोर नाल हथ वधाया, ओए राम सिंह सुना तेरा की हाल चाल है? कहंदा बड़ा चंगा है, पर दोवें हथ पिछां कर ले। मैं क्या हथ नहीं मिलाउणा? कहंदा नहीं। मैं क्या क्यों? कहंदा ये हथ मिलाउण वाले नहीं। मैं गल तो की है, कुछ चीज नाल लिबड़े आए ने? कहंदा अच्छा जरूर देखने ने। मैं क्या हाँ, दोवें हथ आऊं किते दो दो आंडे दोवां हथां 'च फड़े होए। और मैं आख्या तू तो सत्संगी है, ये आंडे तू फड़े हुए हैं? कहंदा ठीक है, ये आंडे फड़े ही हैं। मैं क्या की करने ने? कहंदा खाने ने। मैं क्या ना? कहंदा मैं हाय 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 हाय, ओए तू सत्संगी मेरे हुंदियां नाम लिया ते तू आंडे खाण लगा? तेनों महाराज ने उस वे क्या नहीं सी भी आंडे शराब मांस नहीं खाना? कहंदा हाँ हाँ क्या। जिस वक्त महाराज ने नाम दिता सी कि असी शराब नहीं पीनी, मांस नहीं खाना, आंडिया का तो उन्होंने ना तक नहीं सी उस वे लिया, ना तक नहीं सी लिया। ते जे उदों आंडे कहने दिते मैं आंडे भी ना खाता। मैं कहा चलो हुण पुछदा वां। कहंदा नहीं ओहो गल मननी जिहड़ी पहली है, हुण दूजी नहीं मननी। इहो जिहियां निकलियां होईयां रूहां दा की बन सकता है? फिर की कहंदे ने अगे सुनो। अंतर बाहर हर तब को मेल हार जन मंगल गाए, जन नानक दूजी लाव चलाई, अनहद शब्द बजाए, हर तीजड़ी लाव मन जाओ पाया, बैरागिया बलराम जियो, संत जना हार मेल हार पाया, वड भागिया बलराम जियो। तो दूसरे गुरु की ड्यूटी भी खत्म हो गई। उसने भी कदम कदम तोड़ के सूक्ष्म देश के विच कढ़ के कहते ने ब्रह्म विच इस आत्मा को दाखिल कर दिता ते कि उत्थे किन संभाल लिया। कहते जिहड़ा जुगाद गुरु खड़ोता है ओहदी ड्यूटी मुक गई। हुण ये उस जुगाद गुरु के पास चली गई तो की देखती है? माया किते नाम निशान माया का नजर नहीं आता। उस देश विच माया गुप्त है और शब्द प्रगट है। सवाए शब्द के रस के होर कोई स्वाद नजर नहीं आता। इन्नी मिठी धुन और इन्ना मिठा रस है। हजूर महाराज जी बयान करया करते सन, दुनिया च कोई मिसाल नहीं मिलती कि उथों की जी उथों के शब्द के रस का जो स्वाद है दसिया जा सके। तो जब उस शब्द को सुनती है, इसके अंदर केड़ी आत्मक ताकत जागती है? सच्चा बैराग इसके अंदर जड़ा है वो पैदा हो जाता है। मालक के मिलने लई काली पै जाती है। जिस तरह कोई लड़की जिस वक्त उसकी डोली सौहरिया के पिंड की बाहर की हदूद अंदर दाखिल होती है, अगर उसका पति नाल प्यार है तो उसका दिल ठाठा मारन लग पैंदा है कि हुण थोड़े चिर के बाद घर आ जाना है, मैं अपने पति के चरणों च जा बैठा। तो उत्थे कहते हैं सच्चा बैराग पैदा हो गया। हुण इत्थे दुनिया लोग जिहड़े ने बाहर बैराग लैके बैठे हैं, ये किस तरह लेंदे हैं? धीआं पुत्तर हुंदे ने, उन्हां नूं भी जवाब दे जांदे ने, घर वाली नूं भी जवाब दे जांदे ने, सिर 'च सवाह पा लेंदे ने, जंगलां दे निकल जाते हैं।
और जाके कहते ने पे रब की भगती करनी। अगर एक आदमी बद असीस दे दे कई दिन यदा परमार्थ का राह रुक जाता है। एक आदमी अंदरों दुखी होकर इसको बद असीस दे दे कई दिन यदा परमार्थ का राह रुकया रहता है। जिन्ना चिर तक वो भुल ना जाए उन्ना चिर तक एक कदम अगे नहीं मुड़ सकता। जिदे पिछे बच्चे भुखे विलकते हो, घर वाली रात याद कर कर करके उन्होंने गां कटती होवे, बदसीसा दिंदी होवे, वो जो से जंगल च बैठ के भगती वो पूरी हो जाएगी? कभी पूरी नहीं हो सकती। ये बैराग झूठा है। असी झूठा बैराग लेने हाँ। जंगल च जाके तिना चीज़ों की सानू लोड़ पैंदी है। रोटी की भी लोड़ पैंदी है, कपड़े की भी लोड़ पैंदी है और कुल्ली की भी लोड़ पैंदी है। तो काफ़ी समा रहने के नाल रोटी नहीं मिलती, जंगल से फल फूल खा के गुजारा करता है, तो दिल में भावना पैदा होती है भी चलो किसी बस्ती से चलिए, रोटी का भी मुंह वेखिए, रोटी खा के वेखिए। फिर कपड़ा का कोई नहीं, कपड़े पाटे हुए हैं, पाला लगता है, कहते कोई कपड़ा ही मंग ले आइए। फिर सिर से कुल्ली कली कोई नहीं है, आके फिर बस्ती में रुख करना पैदा है। तो जिससे बस्ती च रुख करता है उत्थे की कहता है, उत्थे रुखी मिस्सी नाल नहीं। ऐसे साधुओं दी टोलियां तुहानूं कई मिलणगियां। असी अपना पकवान आप बनावांगे, आप खावांगे। तुसीं 500 पक्का देसी घ्यो, 200 पक्का रवा, इन्ना मैदा, आ चीज सब्जियां, आ भाजियां असी आपे बना। अंदर तो लज़त जिहड़ी है लैण दी खाश उसे तरह छुपी पई है। ਜਿਹੜੇ ਲਜ਼ਤਾਂ ਲੈਂਦੇ ਨੇ ਇਹੋ ਜਿਹੀਆਂ ਖਾਂਦੇ ਨੇ, ਉਹਨਾਂ ਉਹ ਮਾਲਕ ਦੀ ਲਜ਼ਤ ਕਿਸ ਤਰ੍ਹਾਂ ਲੈ ਸਕਦੇ ਹਨ। ਫਿਰ ਉਹਨਾਂ ਪਾਸੋਂ ਕੰਬਲ ਮੰਗਦੇ ਨੇ, ਕੱਪੜੇ ਮੰਗਦੇ ਨੇ। ਉਹ ਵੀ ਦੇਖ ਕੇ ਕਿ ਮਹਾਤਮਾ ਜੰਗਲ ਚੋਂ ਆਏ ਨੇ, ਕਿੱਥੇ ਜੰਗਲ 'ਚ ਗੁਜ਼ਾਰਾ ਕਰਨਗੇ, ਉਹਨਾਂ ਵਾਸਤੇ ਮੱਠ ਬਣਾ ਦਿੰਦੇ ਨੇ, ਉਹਨਾਂ ਵਿੱਚ ਰਹਿਣ ਲੱਗ ਪੈਂਦੇ ਨੇ। ਜਦੋਂ ਮੱਠਾਂ 'ਚ ਰਹਿੰਦੇ ਹਨ ਉਹ ਸਮਝਦੇ ਨੇ ਵੀ ਇਹ ਹੁਣ ਸਾਡੀ ਜਾਇਦਾਦ ਹੋ ਗਈ ਹੈ। ਅਗਰ ਹੋਰ ਕੋਈ ਸਾਧੂ ਚਾਰ ਆ ਕੇ ਉਸ ਮੱਠ ਵਿੱਚ ਰਹਿਣ ਦੇ ਵਾਸਤੇ ਕਹਿਣ, ਉਹਨਾਂ ਨੂੰ ਅੰਦਰ ਨਹੀਂ ਵੜਨ ਦਿੰਦੇ। ਦੇ ਲਾਠੀ ਦੇ ਡਾਂਗ ਇੱਕ ਦੂਜੇ ਦਾ ਸਿਰ ਪਾੜਦੇ ਨੇ। ਆਹ ਸਾਧੂਆਂ ਦੀਆਂ ਕਰਤੂਤਾਂ ਦੇ। ਜੇ ਰੋਟੀ ਕੱਪੜਾ ਖਾਣ ਪਹਿਨਣ ਵਾਸਤੇ ਮੁੱਲ ਲੋਕਾਂ ਦੇ ਅੱਗੇ ਹੱਥ ਅੱਡਣੇ ਸੀ ਤੇ ਘਰ ਹੀ ਕਿਉਂ ਨਾ ਹੁਣ ਧੀਆਂ ਪੁੱਤਾਂ ਦੇ ਵਿੱਚ ਰਹੇ, ਉੱਥੇ ਕਮਾਈ ਕਰਦੇ, ਉੱਥੇ ਹੀ ਖਾਂਦੇ, ਜੋ ਮਰਜ਼ੀ ਬਣਵਾ ਕੇ ਖਾਂਦੇ, ਜੇ ਉਹ ਮਨ ਪਾਉਂਦਾ ਉਹ ਕਹਿੰਦੇ। ਔਰ ਜੇ ਮੱਠਾਂ 'ਚ ਗੁਜ਼ਾਰਾ ਕਰਕੇ ਮੱਠਾਂ ਪਿੱਛੇ ਲੜਾਈਆਂ ਲੜਨੀਆਂ ਸੀ ਤਾਂ ਘਰ ਦੇ ਕੋਠਿਆਂ ਨੂੰ ਕਿਉਂ ਤੀਲੀ ਲਾ ਕੇ ਇੱਥੇ ਆ ਗਏ? ਉਹਨਾਂ ਕੋਠਿਆਂ ਵਿੱਚ ਰਹਿੰਦੇ। ਇਹ ਝੂਠਾ ਬੈਰਾਗ ਬਾਹਰ ਅਸੀਂ ਲੈ ਕੇ ਬੈਠੇ। ਸੱਚਾ ਬੈਰਾਗ ਜਿਹੜਾ ਹੈ ਉਹ ਇੱਥੇ ਆ ਕੇ ਮਿਲਿਆ ਜਿਸ ਵਕਤ ਜੁਗਾਦ ਗੁਰੂ ਦੀ ਗੋਦ ਵਿੱਚ ਇਹ ਆਤਮਾ ਜਿਹੜੀ ਸੀ ਪਹੁੰਚੀ। ਸੱਚੀ ਖਿੱਚ, ਸੱਚਾ ਪਿਆਰ ਪਤੀ ਦੇ ਘਰ ਦਾ ਇਸ ਦੇ ਅੰਦਰ ਜਾ ਕੇ ਕੀ ਕਹਿੰਦੇ ਅੱਗੇ ਅੱਗੇ ਸੁਣੋ। ਹਰ ਤੀਜੜੀ ਲਾਵ ਮਨ ਚਾਓ ਪਿਆ ਬੈਰਾਗਿਆ ਬਲਰਾਮ ਜੀਓ। ਸੰਤ ਜਨਾ ਹਰ ਮੇਲ ਹਰ ਪਾਇਆ ਵੱਡ ਭਾਗਿਆ ਬਲਰਾਮ ਜੀਓ। ਮੇਰੇ ਮਨ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਸੰਤ ਜਨਾ ਵੱਡ ਭਾਗੀ ਪਾਇਆ ਹਰ ਕਥਿਏ ਅਕਥ ਕਹਾਣੀ। तो गुरु साहब जिक्र कर रहे हैं, कहते हैं उथे आत्मा जिहड़ी है, आत्मा उस निर्मल हर का जिहड़ा रस है वो जगती है। शब्द उथे प्योर है, सार शब्द है, सच्चा शब्द जिहड़ा है उस आत्मा नूं अपने रंग विच रंगदा जांदा है। उथे की है, ज्यों ज्यों रंग चढ़ता है कर्मां दा बीज नाश हुंदा तुरिया जाता है। जिहड़े साडे सिंचित कर्म हैं सारे उस शब्द के बल और शब्द की ताकत के नाल खत्म हो जाते हैं। जिस तरह जेड़े दाने भट्ठी च पा के भुन दईए
ਉਹਨੂੰ ਕਿਸੇ ਖੇਤ ਵਿੱਚ ਲਿਜਾ ਕੇ ਬੀਜੋ, ਉਹ ਫੇਰ ਨਹੀਂ ਉਗਦੇ, ਫੇਰ ਨਹੀਂ ਉਗਦੇ। ਇੱਥੇ ਸ਼ਬਦ ਆਪਣੇ ਬਲ ਨਾਲ ਉਹ ਜਿਹੜੀਆਂ ਆਤਮਾ ਹਨ ਉਹਨਾਂ ਨੂੰ ਇੰਨਾ ਪਵਿੱਤਰ ਕਰਦਾ ਹੈ, ਉਹਨਾਂ ਦਾ ਰੁਖ ਅੱਗੇ ਜਾਂਦਾ ਹੈ, ਪਿਛਾਂਹ ਨੂੰ ਮੁੜਨ ਨੂੰ ਜੀ ਨਹੀਂ ਕਰਦਾ, ਉਹ ਮੁੜ ਕੇ ਜਨਮ ਨਹੀਂ ਲੈਂਦੀਆਂ। ਇਹ ਜਿੰਨਾ ਚਿਰ ਤੱਕ ਅਗਰ ਪੂਰਾ ਗੁਰੂ ਮਿਲਿਆ ਹੋਇਆ ਹੋਵੇਗਾ ਤਾਂ ਕਹਿੰਦੇ ਹਨ ਉੱਥੇ ਨਿਰਮਲ ਹਰ ਪਾਇਆ, ਔਰ ਉਸ ਹਰ ਦੇ ਪ੍ਰਾਪਤ ਹੋਣ ਨਾਲ, ਉਸ ਜੁਗਾਤ ਗੁਰੂ ਦੇ ਮਿਲਣ ਦੇ ਨਾਲ ਕਹਿੰਦੇ ਨੇ ਕੀ ਦੱਸਿਆ, ਕਹਿੰਦੇ ਜਿਹੜੀਆਂ ਕਹਾਣੀਆਂ ਉੱਥੇ ਦੇਖੀਆਂ ਇਹ ਜ਼ੁਬਾਨ ਨਹੀਂ ਕਰ ਸਕਦੀ, ਤਾਂ ਦੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹੇ ਪਿਛੇ ਪਛਤਾਏ। ਉੱਥੋਂ ਦੀਆਂ ਗੱਲਾਂ ਕਹੀਆਂ ਹੀ ਨਹੀਂ ਜਾ ਸਕਦੀਆਂ, ਤੇ ਕਹੀਏ ਕੀ ਉੱਥੋਂ ਦੀਆਂ ਗੱਲਾਂ, ਜੇ ਕੋਈ ਕਹਿੰਦਾ ਵੀ ਹੈ ਤਾਂ ਉਹਨੂੰ ਪਛਤਾਉਣਾ ਪਏ। ਤਾਂ ਗੁਰੂ ਸਾਹਿਬ ਕੀ ਕਹਿੰਦੇ ਨੇ ਅੱਗੇ, ਕੀ ਕਹਿੰਦੇ ਸੁਣੋ। ਮੇਰੇ ਮਨ ਹਾਰ ਪਾਇਆ, ਹਾਰ ਗੁਣ ਗਾਇਆ, ਮੁਖ ਬੋਲੀ ਹਰ ਬਾਣੀ, ਸੰਤ ਜਨਾ ਬੜ ਭਾਗੀ ਪਾਇਆ, ਹਰ ਕਥਿਐ ਅਕਥ ਕਹਾਣੀ, ਹਿਰਦੈ ਹਰ 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 ਧੁਨ ਉਪਜੀ, ਹਰ ਜਪਿਏ ਮਸਤਕ ਭਾਗ ਜਿਓ, ਜਨ ਨਾਨਕ ਬੋਲੇ ਤੀਜੀ ਲਾਵੇ, ਹਰ ਉਪਜੈ ਮਨ ਬੈਰਾਗਿਓ। तो ਇਹਨਾਂ ਪੰਕਤੀਆਂ ਵਿੱਚ ਸ਼ੁਕਰਾਨਾ ਗੁਰੂ ਦਾ ਕੀਤਾ ਹੈ, ਔਰ ਆਪਣੇ ਭਾਗਾਂ ਦਾ ਸ਼ੁਕਰਾਨਾ ਕੀਤਾ ਹੈ ਕਿ ਮੇਰੇ ਮਸਤਕ ਦੇ ਭਾਗ ਮੇਰੇ ਗੁਰੂ ਨੇ ਬਣਾ ਦਿੱਤੇ, ਜਿਸ ਨੇ ਮੇਰਾ ਨਾਤਾ ਮੇਰੇ ਪਤੀ ਨਾਲ ਜੋੜ ਕੇ ਕਦਮ ਕਦਮ ਤੋੜ ਕੇ ਮੈਨੂੰ ਆਪਣੇ ਘਰ ਜਿਹੜਾ ਹੈ ਲੈ ਲਈ ਜਾ ਰਿਹਾ ਹੈ। ਕਹਿੰਦੇ ਨੇ ਮੈਂ ਸ਼ੁਕਰਾਨਾ ਕਰਦੀ ਹਾਂ ਆਪਣੇ ਸਤਿਗੁਰੂ ਦਾ, ਜਿਸ ਨੇ ਮੇਰੇ ਮੱਥੇ ਦੇ ਭਾਗ ਬਣਾ ਦਿੱਤੇ ਔਰ ਮੈਨੂੰ ਕਦਮ ਕਦਮ ਤੋੜ ਕੇ ਇੱਥੇ ਲਿਆਂਦਾ। ਤਾਂ ਕਹਿੰਦੇ ਨੇ ਉਸ ਨੇ ਮੈਨੂੰ ਮੇਰੇ ਅੰਦਰ ਸੱਚਾ ਬੈਰਾਗ ਪੈਦਾ ਕਰ ਦਿੱਤਾ। ਤਾਂ ਤੀਸਰੀ ਲਾਮ ਵੀ ਸਮਾਪਤ ਹੋ ਗਈ, ਜਗਾਤ ਗੁਰੂ ਦਾ ਕੰਮ ਵੀ ਜਿਹੜਾ ਹੈ ਖਤਮ ਹੋ ਗਿਆ। ਕਹਿੰਦੇ ਨੇ ਹੁਣ ਉਸ ਨੇ ਆਦ ਗੁਰੂ ਦੇ ਹੱਥ ਵਿੱਚ ਬਾਂਹ ਫੜਾ ਦਿੱਤੀ ਇਸ ਆਤਮਾ ਦੀ, ਜਿਸ ਨੇ ਹੁਣ ਪਤੀ ਦੇ ਚਰਨਾਂ ਵਿੱਚ ਬਿਠਾਉਣਾ ਹੈ। ਹੁਣ ਚੌਥੀ ਲਾਮ ਆਰੰਭ ਹੋਣ ਲੱਗੀ, ਸੁਣੋ ਕੀ ਕਹਿੰਦੇ। ਤੇਰੇ ਤੇ ਹਰ 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 ਧੁਨ ਉਪਜੀ, ਹਰ ਜਪਿਐ ਮਸਤਕ ਭਾਗ ਜਿਓ, ਜਨ ਨਾਨਕ ਬੋਲੇ ਤੀਜੀ ਲਾਵੇ, ਹਰ ਉਪਜੈ ਮਨ ਬੈਰਾਗ ਜਿਓ, ਹਰ ਚੌਥੜੀ ਲਾਵ ਮਨ ਸਹਿਜ ਪਿਆ, ਹਰ ਪਾਇਆ ਬਲਰਾਮ ਜਿਓ, ਗੁਰਮੁਖ ਮਿਲਿਆ ਸੁਭਾਏ, ਹਰ ਮਨ ਤਨ ਮੀਠਾ ਲਾਇਆ ਬਲਰਾਮ ਜਿਓ। तो चौथी पातशाही गुरु रामदास जी महाराज कहते ने जिस वक्त आद गुरु ने इसकी बांह पकड़ ली ते कहते ने फिर की होया, कहते ने सच्ची खुशी सच्चा सुख, वो सुख जिहड़ा एक बारी आके मुड़ के वापस कदी ना जाए, फिर कदी साथ ना छड्डे, वो सुख जिहड़ा सी इस आत्मा के अंदर पैदा हो गया। उसनों सहज सुख कह के बयान किया है। थल्ले ते जिहड़ी त्रिलोकी है, तिन्ने गुण जिहड़े हैं ਇਹਦੇ ਵਿੱਚ ਸਾਰੀ ਜ਼ਿੰਦਗੀ ਟੱਕਰਾਂ ਮਾਰਦੇ ਰਹੋ, ਸਹਿਜ ਸੁਖ ਕਦੀ ਨਹੀਂ ਮਿਲ ਸਕਦਾ। ਬਾਣੀ ਕਹਿੰਦੀ ਹੈ ਤ੍ਰੈ ਗੁਣ ਮੇ ਸਹਿਜ ਨ ਉਪਜੇ, ਤ੍ਰੈ ਗੁਣ ਭਰਮ ਭੁਲਾਏ।
ते पढ़िए गुणिए क्या कथिए जे मुड्ढों ही कुत्था जाए, चौथे पद में सहज है कोई गुरमुख पल्ले पाए। इत्थे आके सहज मिलिया, सुख सहज सुख मिलिया, बाहर सहज सुख नहीं। इत्थे जिहड़े सुख लेने हाँ उस सुख वक्त पा के सब दुख विच बदल जाते हैं। माया इकट्ठी करते हाँ तो सुख होता है, वक्त पा के दुख च बदल जाते हैं। बाजार के तुसी देखो, असी हर चीज दे विच सुख प्राप्त करते हाँ, पर छिन पल ਲਈ सुख मिलता है, फिर दुख विच बदल जाता है। एक आदमी दौड़ रहा है, तेज दौड़ रहा है, वो दौड़न विच दुख मना रहा है, सोचता है जे हौले हौले तुरा तो ਉਹਦੇ ਵਿੱਚ सुख मिलेगा। दौड़ना छड्डदा है, हौले हौले तुरन लग जाता है। जब तुरता है कुछ चीज का सुख महसूस करता है, फिर कहता है तुरन विच भी सुख नहीं, जे खड़ा हो जावां तो शायद ਉਹਦੇ ਵਿੱਚ सुख है। फिर वो खड़ा हो जाता है, खड़े होने विच वो सुख महसूस करता है। वो तुरन विच दुख महसूस किया ते खड़े होने च सुख महसूस करता है। उत्थे भी सुख दुख च बदल जाता है। कहता खड़ोण च सुख नहीं, जे बह जावां तां सुखी हो सकता। फिर वो बैठ जाता है, बैठण नाल भी कुछ चिर सुख महसूस करता है, फिर बैठण का भी सुख जिहड़ा है दुख महसूस करता है। कहता बैठण नाल नहीं, जे लम्मा पै जावां ते फिर सुखी हो जावांगा। फिर वो लेट जाता है, जब लेट जाता है तो सोचता है भी ये भी सुख नहीं, नींद आ जाए तो चंगी गल है। जब नींद आती है तो नींद भी कितना चिर रही है, 4 घंटे रही, 6 घंटे रही, जाग आ जाती है। फिर लम्मा पैण नूं जी नहीं करता, ना नींद आती है, उत्थे भी दुख महसूस करता है। कहता उठ के किते बाहर तुरे फिरिए, इतने मुर्दियां को लम्मे पे हैं, ना काम ना कार्य, की कर रहे हैं। फिर उठ के बाहर नूं तुरता है, दसो किहड़ी गल च इसनूं सुख लभा। इत्थे सुख नहीं है। सहज सुख कद आया जिस वक्त आदि गुरु ने बाह पकड़ ली। और उत्थे अगे जिस तरह किसी आदमी नूं किसी प्यारा, कोई स्नेही, कोई मुहब्बत वाला जिस वक्त तक यह अंग नूं अंग लाउंदा है, वो जिहड़ी मुहब्बत की चरनाट ये शरीर दे विच गुदगुदीत दे रूप में अंदर चली जाती है। और किन्ना चिर वो रस मानता रहता है, वो खिवा होया रहता है। इत्थे जिस वक्त आदि गुरु ने बाह पकड़ी, रसो रस हो गया। हुण रस ही रस है, बस होर कोई नहीं, बस उस रस च मस्त हो गया। इन्हों कहते ने सहज सुख। तो इत्थे जाके वो सहज सुख प्राप्त होया। हाँ जी, हर चौसड़ी लाव मन सहज पया, हर पाया बलराम जियो, गोरे मुख मिलिया सुभाए, हर मन तन मीठा लाया बलराम जियो, हर मीठा लाया मेरे प्रभ पाया, अन दिन हर लिव लाई, मन चिंदिया फल पाया स्वामी, हर नाम वजीव लाई। तो चौथे पातशाही गुरु रामदास जी महाराज फरमा रहे हैं, आदि गुरु ने ले जाके पति के चरणों च बिठा दिता। ऐ तुहाडी आत्मा है, इसमें मैं उस मातलोक विचों लैके आया। तो उस दी चरणों में बैठ के रूह ने अति प्रसन्नता प्राप्त की। जिस तरह किसी लड़की का किसी लड़के नाल प्यार होवे, वो उसनों अपने पति बनाउण दे दिल में तीव्र खाश रखती होवे, घर दे साख संबंध होर उसका रिश्ता किते होर करन नूं तैयार होए होण, पर उसकी अरदास काम आ जावे, मालक उससे दया करके सब का ख्याल मुड़ जाए। उसके मन चिंदिया पति जिहड़ा है, जिस पति नूं वो पसंद करती सी, जिन्हों वो चाहती सी, जो वो मिल जाता है, जिन्नी उस नूं खुशी होती है उन्नी दुनिया दे विच होर किसी नूं खुशी नहीं है।
तो ये आत्मा ਜਿਹੜੀ हर रूपी पति ਨੂੰ अपना पति ਬਣਾਉਣ ਵਾਸਤੇ ਇੰਨੇ ਦੁੱਖਾਂ ਦੇ ਵਿੱਚੋਂ ਨਿਕਲਦੀ ਹੋਈ, ਇਸ ਤਰ੍ਹਾਂ ਆਪਣਾ ਸਫ਼ਰ ਕਰਦੀ ਹੋਈ ਆਪਣੇ ਪਤੀ ਦੇ ਘਰ ਵਿੱਚ ਆਈ। ਜਦ ਪਤੀ ਦੇ ਦਰਸ਼ਨ ਕੀਤੇ, ਪਤੀ ਦੇ ਚਰਨਾਂ 'ਚ ਬੈਠੀ, ਕਹਿੰਦੇ ਮਨ ਵੀ ਰੰਗਿਆ ਗਿਆ, ਤਨ ਵੀ ਰੰਗਿਆ ਗਿਆ, ਅੰਦਰ ਰਸੋ ਰਸ ਹੋ ਗਈ और इसके तमाम दुख और तमाम इसकी चीजें जी खत्म हो गई जी। हर मीठा लाया मेरे प्रभ पाया, अन दिन हर लिवलाई, मन चिंदिया फल पाया स्वामी, जान नानक बोले चौथी लावे, हारे पाया प्रभ अविनाशी। तो गुरु साहब फरमा रहे हैं कि जेड़ा हर प्रभ ने कारज रचाया सी ते मेरी आत्मा मातलोक विच है, उसनों लियाओ मेरे पास। ਇਹ ਕਾਰਜ ਜਿਹੜਾ ਸੀ ਆਰੰਭ ਕੀਤਾ ਸੀ, ਕਹਿੰਦੇ ਉਸ ਆਤਮਾ ਨੂੰ ਉੱਥੋਂ ਲਿਆ ਕੇ ਇੱਥੇ ਪਹੁੰਚਾਉਣ ਤੱਕ ਸਾਰਾ ਕਾਰਜ ਜਿਹੜਾ ਸੀ ਸੰਪੂਰਨ ਹੋ ਗਿਆ। ਆਤਮਾ ਨੂੰ ਕਿਹੜਾ ਪਤੀ ਮਿਲ ਗਿਆ? ਪ੍ਰਭ ਅਬਨਾਸੀ, ਉਹ ਪਤੀ ਜਿਹੜਾ ਕਦੀ ਨਾਸ਼ ਨਾ ਹੋਵੇ, ਕਦੀ ਮਰੇ ਨਾ, ਉਸ ਦਾ ਕਦੀ ਸੁਹਾਗ ਨਾ ਲੁੱਟੇ, ਐਸਾ ਆਤਮਾ ਨੂੰ ਪਤੀ ਮਿਲ ਗਿਆ। ਕਹਿੰਦੇ ਹੁਣ ਅੰਦਰੋਂ ਉਸ ਦਾ ਹਿਰਦਾ ਵਿਗਾਸਿਆ ਹੋਇਆ ਹੈ, खुशियां नाल उमाह नाल भरिया होया है, सब चिंते चोरा उदासियां जो भी कुछ हैं उदियां हमेशा लिए खत्म हो गई। तो कहते ने आत्मा ने उस अविनाशी वर नूं प्राप्त कर लिया, तो यह विआह का कारज साडी रूह के विआह का कारज नेपरे चढ़ गया। हुण साडियां सब दियां रूहां विआहियां गईयां। तो जिन्ना चिर तक रूह इत्थे नहीं पहुंचती उन्ना चिर तक कुंवारी रहिंदी है जी। हरे प्रात ठाकुर काज रचाया, तन हृदय नाम विगासी, जन नानक बोले